राजन मैं तू राजा कहिए, पूमन मैं पूमा, ठाकुर मैं ठकुराई तेरी, कोमन सिर कोमा। पिता मेरो बड़ो धनी अगम्मा, उस्तत कवन करी जय, करतै पेख रह बिसम्मा। पिता मेरो बड़ो धनी अगम्मा, उस्तत कवन करी जय, करतै पेख रह बिसम्मा। जुगो जुग अटल शब्द सतगुरु धन धन गुरु ग्रंथ साहिब जी, गुरु पातशाह जी की अजीम अपार बख्शिश नवाजिश है। 2021 का ईस्वी संमत का वरा अज चढ़ रहा है। पहली तारीख इस समय गुरशबद के नाल, गुरबाणी के नाल, गुरमत विचारां दे नाल, इतिहासी तवारीखी रंग के नाल आप संगत घरां थावां तो दूर दराज ऑल ओवर द ग्लोब कह लीए इस रंग नूं माण रहे हो, इस टैलीविजन राहीं, इस मीडिया राहीं। सो वडभागता है। नाल ही जो संगतां गुरु दरबार दीदार पा के जा रही हैं, ये भी यहो भागता है। मुसलसल सवेर तो दीवान चल रहे ने, विच विच गुरबाणी कीर्तन ढाडी वारां ते ਜਦੋਂ ਸਮਾਂ ਬਣਿਆ ਗੁਰਮਤਿ ਵਿਚਾਰ ਦਾ ਆਪ ਜੀ ਦੇ ਸਮਕਸ਼ ਖਾਕਸਾਰ ਹਾਜ਼ਰ ਹੋ ਰਿਹਾ। ਸੋ ਆਪ ਇਸ ਰੰਗ ਦੇ ਨਾਲ ਲਗਾਤਾਰ ਜੁੜੇ ਹੋ। ਜਿਵੇਂ ਅੱਜ ਵੀ ਸਵੇਰ ਤੋਂ ਉਸ ਤੋਂ ਬਾਅਦ ਦੁਪਹਿਰ ਦੇ ਦੀਵਾਨ ਦੇ ਵਿੱਚ ਬਾਤ ਹੋ ਰਹੀ ਸੀ। ਗੁਰੂ ਗ੍ਰੰਥ ਸਾਹਿਬ ਇੱਕ ਸਮੁੰਦਰ ਹੈ, ਪੂਰੇ ਦਾ ਪੂਰਾ ਇੱਕ ਕਹਿ ਲਓ ਕਿ ਓਸ਼ਨ ਹੈ, ਪੂਰਾ ਵਿਜ਼ਡਮ ਦਾ, ਸਪਿਰਿਚੁਅਲ ਬਲੈਸਿੰਗਸ ਦਾ, ਹਿਊਮੈਨਿਟੀ ਲਈ ਜਿਹੜੀਆਂ ਸਭ ਤੋਂ ਅਸੈਂਸ਼ੀਅਲ ਤੇ ਨੀਡਡ ਟੀਚਿੰਗਸ ਨੇ ਉਹਨਾਂ ਦਾ। ਸੋ ਜਿਵੇਂ ਵਰੇ ਦੀ ਪ੍ਰਾਰੰਭਤਾ ਹੋ ਰਹੀ ਹੈ, ਜਿਹਦੇ ਮੁਤਾਬਕ ਸਾਡਾ ਪੂਰਾ ਆਉਂਦੇ ਸਮੇਂ ਦੀ ਫਾਈਨੈਂਸ਼ੀਅਲ ਪਲਾਨਿੰਗ, ਸਾਡੀ ਸੋਸ਼ਲ, ਸਾਡੇ ਫੈਮਿਲੀ ਪ੍ਰੋਗਰਾਮ, ਸਾਰਾ ਕੁਝ ਅਸੀਂ ਉਹਦੇ ਰੈਜ਼ੋਲੂਸ਼ਨ ਬਣਾਉਂਦੇ ਹਾਂ, ਉਸ ਸਾਰੇ ਬਾਬਤ ਗੱਲਬਾਤ ਕਰਦੇ ਹਾਂ। ਇਸੇ ਤਰੀਕੇ ਨਾਲ ਜਿਹੜੀ ਸਾਡੀ ਲਾਈਫ ਦਾ ਇੱਕ ਸਭ ਤੋਂ ਮੇਨ ਤੇ ਅਸੈਂਸ਼ੀਅਲ ਪਾਰਟ ਸਪਿਰਿਚੁਅਲ ਲਾਈਫ ਆ, ਸਪਿਰਿਚੁਅਲਿਟੀ ਹੈ, ਰੂਹਾਨੀਅਤ ਹੈ, ਅਧਿਆਤਮੀ ਜੀਵਨ ਹੈ। ਇਸ ਬਾਬਤ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਪੰਨਾ, ਗੁਰੂ ਗ੍ਰੰਥ ਸਾਹਿਬ ਦੀ ਲਾਈਨ ਬਾ ਲਾਈਨ, ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਸਾਨੂੰ ਇੱਕ ਇੱਕ ਅੱਖਰ ਪ੍ਰੇਰ ਰਿਹਾ ਹੈ। ਸੋ ਉਸੇ ਵਿਚਾਰਧਾਰਾ ਦੀ ਬਾਤ, ਉਸੇ ਫਲਸਫੇ ਦੀ ਬਾਤ, ਉਸੇ ਸਿੱਖਿਆ ਦੀ ਗੱਲ ਅੱਜ ਦੇ ਵਕਤ ਕਰਨੀ ਬਣਦੀ ਹੈ। ਉਸ ਬਾਬਤ ਹੀ ਆਪਾਂ ਬਾਤ ਪਾਵਾਂਗੇ। ਸੋ ਇੱਕ ਵਾਰ ਖਾਕਸਾਰ ਆਪਣੇ ਵੱਲੋਂ ਆਪ ਨੂੰ ਸਭ ਨੂੰ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਿਟਰਲੀ ਤੌਰ 'ਤੇ ਜੇ ਆਪਾਂ ਇਸੇ ਚੀਜ਼ ਨੂੰ ਜੋ ਬਾਤ ਕਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਪੜ੍ਹਦੇ ਹਾਂ ਅਤੇ ਆਪ ਨਿਤਨੇਮ ਦੀ ਬਾਣੀ ਦੇ ਵਿੱਚ, ਰਹਿਰਾਸ ਸਾਹਿਬ ਦੀ ਰਚਨਾ ਦੇ ਵਿੱਚ ਹਰ ਰੋਜ਼ ਗੁਰੂ ਅਰਜਨ ਸਾਹਿਬ ਜੀ ਦਾ ਸੰਦੇਸ਼ ਪੜ੍ਹਦੇ ਹੋ। ਪਹੀ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, अवर काज तेरे किते ना काम, मिल साध संगत भज केवल नाम, सरंजाम लाग पहुजल तरन कै, जन्म बृथा जात रंग माया कै। हुण ये उपदेश जिहड़ा आ, पही प्राप्त मानुख देहुरीआ, जिहड़ा मनुखी जीवन आ, जिहड़ी ह्यूमन लाइफ आ, जे इस नूं थोड़ा जिहा असीं अपनी भाषा दे विच एक्सप्लेन करिए, इसनूं इस अपनी भाषा दे विच इहनूं डिफाइन करन दी ट्राई करिए ਤੇ ਲਾਈਫ ਐਗਜ਼ੈਕਟਲੀ ਮੀਨ ਇਸ ਟਾਈਮ, ਸਮਾਂ, ਵਕਤ। ਕਿਉਂਕਿ ਜੇ ਅੱਜ ਦੇਖਦੇ ਹਾਂ ਤੇ ਇਟਸ ਏ ਫੈਸਟੀਵਲ ਆਫ ਟਾਈਮ, ਜਿਹੜਾ ਨਿਊ ਈਅਰ ਸੈਲੀਬ੍ਰੇਸ਼ਨ ਆ ਜਾਂ ਸਾਰੇ ਮਾਹੌਲ ਦੇ ਵਿੱਚ ਆਉਣਾ ਆ। ਇਹਦੇ ਬਾਬਤ ਗੁਰੂ ਸਾਹਿਬ ਦੀ ਬਾਣੀ ਕਹਿ ਰਹੀ ਹੈ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਜੋ ਇਨਸਾਨ ਵਕਤ ਦੀ ਕਦਰ ਕਰੇ, ਵਕਤ ਦੀ ਅਹਿਮੀਅਤ ਪਹਿਚਾਣੇ, ਵਕਤ ਦੀ ਜਿਹੜੀ ਉਹਦੀ ਪ੍ਰੀਸ਼ੀਅਸ ਲੈਵਲ ਆ। ਜਿਵੇਂ ਬੀਤੇ 'ਚ ਵੀ ਬਾਤ ਹੋ ਰਹੀ ਸੀ ਕਿ ਸਾਡੇ ਘਰ ਦੇ ਵਿੱਚ ਤੇ ਲਿਟਰੇਚਰ ਦਾ ਤੇ ਇੰਤਹਾ ਹੀ ਹੈ ਨਾ, ਮਤਲਬ
ਤੁਸੀਂ ਕਹੋ ਕਿ ਕੋਈ ਖਿੜਕੀ ਖੋਲੋ ਤੇ ਉਹਦੇ ਵਿੱਚੋਂ ਹੀ ਤੁਹਾਨੂੰ ਇੰਨੇ ਕੁ ਦ੍ਰਿਸ਼ ਦਿਸ ਜਾਣਗੇ ਕਿ ਤੁਸੀਂ ਹੈਰਾਨ ਰਹਿ ਜਾਓਗੇ। ਜਿਵੇਂ ਬਾਤ ਕਰ ਰਿਹਾ ਸੀ ਮੈਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ, ਵੀ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤਿੱਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ। ਸਮੇਂ ਦੀ ਚਾਲ ਦੀ ਗੱਲ ਕਰ ਰਹੇ ਹੋ। ਉਹ ਦੱਸਦੇ ਉਹ ਭਲੇ ਮਨੁੱਖ ਇਹ ਸਮਾਂ ਨਾ ਵਾਸਤੇ ਪਾਇਆ, ਨਾ ਤਰਲੇ ਪਾਇਆ, ਨਾ ਕਿਸੇ ਤਰੀਕੇ ਦੇ ਨਾਲ ਰੋਕਾਂ ਪਾਇਆ, ਇਹ ਰੁਕਦਾ ਨਹੀਂਗਾ, ਇਹ ਆਪਣੀ ਜਾਚੇ ਤੁਰਿਆ ਜਾਂਦਾ ਆ। ਪਰ ਇਹਦੀ ਤੋਰ ਦੇ ਨਾਲ ਹੀ ਸਾਨੂੰ ਆਪਣੇ ਜਿਹੜੀਆਂ ਸਾਡੀਆਂ ਚੋਇਸਿਸ ਨੇ, ਜਿਹੜੇ ਅਸੀਂ ਅਮਲ ਕਰਨੇ ਨੇ, ਜਿਹੜੀਆਂ ਅਸੀਂ ਜੀਵਨ ਵਿੱਚ ਚੋਣਾਂ ਕਰਨੀਆਂ ਨੇ, ਉਹਦੇ ਨਾਲ ਹੀ ਸਾਨੂੰ ਮੈਚ ਕਰਨੀਆਂ ਪੈਣਗੀਆਂ। ਜੇ ਅਸੀਂ ਸਮ ਕਾਈਂਡ ਆਫ ਪ੍ਰੋਕਾਸਟੀਨੇਸ਼ਨ ਵਿੱਚ ਜੀਵਾਂਗੇ, ਕਈ ਵਾਰ ਇਹ ਹੁੰਦਾ ਹੈ ਬੰਦਾ ਸੋਚੀ ਜਾਂਦਾ ਹੈ ਵੀ ਕੋਈ ਨਾ ਕਰ ਲਾਂਗੇ, ਬਾਣੀ ਪੜ੍ਹਨੀ ਹੈ ਪੜ੍ਹ ਲਾਂਗੇ। ਐਟ ਪ੍ਰੈਜ਼ੈਂਟ ਆਈ ਡੋਂਟ ਨੋ ਹਾਊ ਟੂ ਰੀਡ ਔਰ ਰਿਸਾਈਟ ਗੁਰਬਾਣੀ, but one day I will start. At present I am not able to recognize even Gurmukhi letters, but I have a plan in the back of my mind. One day I will do it, I will try it. But वो जो one day है, it never actually came. It never actually came until now, and it won't actually come itself at all. You have to put some effort. ਜਿਹੜੀ ਇਹ even studies ਵੀ ਨੇ ਸਾਡੇ ਕੋਲ ਤੇ ਅਮਰੀਕਾ 'ਚ ਬੜੀ ਇੱਕ ਸਟੱਡੀ ਹੈ ਲੰਮੀ ਚੌੜੀ, ਕਿ ਜਦੋਂ ਖਾਸ ਕਰਕੇ 2007-8 ਦੇ ਨੇੜੇ ਉਸ ਵਕਤ ਰਿਸੈਸ਼ਨ ਸਟ੍ਰਾਈਕ ਕੀਤਾ ਸੀਗਾ ਬੜੇ ਵੱਡੇ ਲੈਵਲ 'ਤੇ ਵਰਲਡ ਵਾਈਡ ਤੇ ਅਮਰੀਕਾ 'ਚ ਖਾਸ ਕਰਕੇ, ਉੱਥੇ ਪਤਾ ਲੱਗਾ ਕਿ ਜਿਹੜੀਆਂ ਰਿਲੀਜੀਅਸ ਆਰਗੇਨਾਈਜੇਸ਼ਨਸ ਨੇ ਇਹਨਾਂ ਦੀ ਮੈਂਬਰਸ਼ਿਪ ਵੀ ਉਵੇਂ ਰਹੀ, ਲੋਕ ਉਹਨਾਂ ਨੂੰ ਡੋਨੇਸ਼ਨ ਵੀ ਕਰਦੇ ਰਹੇ। ਇਹ ਸਾਰੀ ਬਾਤ ਉਹਨਾਂ ਨੇ ਨੋਟਿਸ ਕੀਤੀ। ਉਹਨਾਂ ਨੇ ਫਿਰ ਪਤਾ ਕੀਤਾ ਕਿ ਅਲਟੀਮੇਟਲੀ ਲੋਕਾਂ 'ਚ ਬਲੀਵਿੰਗ ਤੇ ਹੈ ਇਹਦੇ ਬਾਰੇ। ਹਾਲਾਂਕਿ ਕਿਹਾ ਜਾਂਦਾ ਕਿ ਜਿਹੜਾ ਐਥੀਸਟ ਲੈਵਲ ਹੈ ਵੀ ਵੱਧ ਰਿਹਾ ਲਗਾਤਾਰ, ਪਰ ਇਹਦੇ ਨਾਲ ਹੀ ਜਿਹੜਾ ਬਲੀਵਰਸ ਨੇ ਉਹਨਾਂ ਦੀ ਗਿਣਤੀ ਵੀ ਘੱਟ ਨਹੀਂ, ਬਲਕਿ ਡੇ ਬਾਈ ਡੇ ਉਹਨਾਂ ਦੀ ਨਫਰੀ ਵਿੱਚ ਵੀ ਇਜ਼ਾਫਾ ਹੋ ਰਿਹਾ। ਪਰ ਐਟ ਦਾ ਸੇਮ ਟਾਈਮ ਜਿਹੜੇ ਉਹ ਬਲੀਵਰਸ ਨੇ, ਜਿਹੜੇ ਕਲੇਮ ਕਰਦੇ ਨੇ ਕਿ ਵੀ ਬਲੀਵ ਇਨ ਗੋਡ, ਵੀ ਬਲੀਵ ਇਨ ਆਲਮਾਈਟੀ, ਵੀ ਹੈਵ ਸਮ ਕਾਈਂਡ ਆਫ ਰਿਲੀਜੀਅਸ ਆਈਡੀਓਲੋਜੀ, ਉਸ ਦੀ ਉਹ ਪ੍ਰੈਕਟਿਸ ਤੇ ਐਕਸਰਸਾਈਜ਼ ਨਹੀਂ ਕਰਦੇ, ਉਸ ਨੂੰ ਉਹ ਉਸ ਲੈਵਲ 'ਤੇ ਜਿਹਨੂੰ ਕਹਿ ਲਓ ਕਿ ਪ੍ਰੈਕਟਿਸ ਵਿੱਚ ਨਹੀਂ ਲੈ ਕੇ ਆਉਂਦੇ। ਇਸ ਬਾਬਤ ਜਦੋਂ ਉਹਨਾਂ ਨੇ ਕੁਝ ਸਟੱਡੀਜ਼ ਕੀਤੀ, ਕੁਝ ਲੋਕਾਂ ਨਾਲ ਗੱਲਬਾਤ ਕੀਤੀ, ਤੇ ਪਤਾ ਇਹ ਲੱਗਾ ਕਿ ਲੋਕੀ ਧਰਮ ਤੋਂ ਬਾਗੀ ਨਹੀਂ, ਬਲਕਿ ਧਰਮ ਦੇ ਬਾਰੇ ਜਿਹੜੀ ਅਪਰੋਚ ਹੈ ਉਹ ਹੈ ਪ੍ਰੋਕਾਸਟੀਨੇਸ਼ਨ ਵਾਲੀ। ਕਰ ਲਵਾਂਗੇ, ਅਜੇ ਨਹੀਂ, ਅਜੇ ਮੈਂ ਯੰਗ ਹਾਂ, ਅਜੇ ਮੇਰੇ ਹੋਰ ਬਹੁਤ ਸਾਰੇ ਕੰਮ ਕਰਨ ਵਾਲੇ ਨੇ। ਐਟ ਪ੍ਰੈਜ਼ੈਂਟ ਆਈ ਸ਼ੁੱਡ ਫੋਕਸ ਟੂਵਰਡ ਓਨਲੀ ਮਾਈ ਕੈਰੀਅਰ, ਟੂਵਰਡ ਮਾਈ ਓਨਲੀ ਬਿਜ਼ਨਸ, ਟੂਵਰਡ ਓਨਲੀ ਮਾਈ ਫੈਮਿਲੀ ਲਾਈਫ। ਵਨ ਡੇ I will do some kind of spiritual exercises, but at present no, I am not interested in। ਉਹ ਇਸ ਕਿਸਮ ਦੀ ਜਿਹੜੀ ਬਾਤ ਆ, ਵਰਿਆਂ ਦੇ ਵਰੇ ਇਸ ਤਰੀਕੇ ਨਾਲ ਲੰਘ ਜਾਂਦੇ ਨੇ। ਅੱਜ ਤੱਕ ਸਮੁੱਚੜਾ ਕੰਪਲੀਟ ਪੂਰਾ ਸਾਲ ਅੱਜ ਸ਼ੁਰੂ ਹੋ ਰਿਹਾ। ਸਾਨੂੰ ਕੁਦਰਤ ਬਲੈਸ ਕਰ ਰਹੀ ਹੈ। ਜਿਸ ਜਿਹੜਾ ਜੋਰਜਨ ਕੈਲੰਡਰ ਈਸਵੀ ਸੰਮਤ ਦੇ ਰੂਪ ਵਿੱਚ ਮਿਲ ਰਿਹਾ, ਇਹਦੇ ਮੁਤਾਬਕ ਹੀ ਕਰੀਏ ਤੇ ਅੱਜ ਸਾਡੇ ਕੋਲ ਬਿਲਕੁਲ ਫਰੈਸ਼ 365 ਦਿਨ ਜਿਹੜੇ ਨੇ ਉਹ ਗਿਫਟ ਦੇ ਰੂਪ ਵਿੱਚ ਮਿਲ ਰਹੇ ਨੇ। ਬਿਲਕੁਲ ਇਸ ਤਰੀਕੇ ਦੇ ਨਾਲ ਸਾਡੇ ਕੋਲ 52 ਹਫ਼ਤੇ ਬ੍ਰੈਂਡ ਨਿਊ ਸਾਡੇ ਸਾਹਮਣੇ ਜਿਹੜਾ ਹੈਗਾ ਕੁਦਰਤ ਸਾਨੂੰ ਨਵਾਜ ਰਹੀ ਹੈ। ਸਾਡੇ ਕੋਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਘੰਟਿਆਂ ਦਾ ਟਾਈਮ ਸਾਨੂੰ ਕੁਦਰਤ ਦੇ ਰਹੀ ਹੈ। ਲਓ ਜੀ, ਗਿਫਟ ਦੇ ਰੂਪ ਵਿੱਚ 2021 ਦੇ ਰੂਪ ਵਿੱਚ ਇਹਨੂੰ ਤੁਸੀਂ ਸਵੀਕਾਰੋ, ਇਹਨੂੰ ਤੁਸੀਂ ਪ੍ਰਾਪਤ ਕਰੋ। ਹੁਣ ਇਹ ਹੈ ਆਪਾਂ ਇਹਨੂੰ ਯੂਜ਼ ਕਿਵੇਂ ਕਰਨਾ ਹੈ, ਆਪਾਂ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ। ਜੇ ਇਸ ਸਾਰੇ ਦੇ ਬਾਬਤ ਜਿਵੇਂ ਬਾਤ ਕਰ ਰਿਹਾ, ਉਹਦੇ ਨਾਲ ਹੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਰਾਵਾਂ ਤੁਹਾਡੇ ਸਾਹਮਣੇ ਰੱਖਾਂ। ਗੁਰੂ ਗ੍ਰੰਥ ਸਾਹਿਬ ਜਿਹੜੀ ਸਾਡੀ ਸਕੈਜੂਲਿੰਗ ਕਰਨੀ ਹੈ, ਜਿਹੜਾ ਸਾਡਾ ਟਾਈਮ ਟੇਬਲ ਬਿਲਡ ਕਰਨਾ ਆ, ਜਿਹੜੇ ਸਾਡੇ ਜੀਵਨ ਦੇ ਵਿੱਚ ਇੱਕ ਟਾਈਮ ਡਿਸਪਲਿਨਰੀ ਲੈਵਲ 'ਤੇ ਸਾਨੂੰ ਅਵੇਅਰ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਬਹੁਤ ਇਹਦੇ ਬਾਰੇ ਸਾਨੂੰ ਅਵੇਅਰ ਕਰਦੇ। ਬਾਣੀ ਸ਼ਬਦਾਂ ਦੇ ਸ਼ਬਦ ਲਿਖੇ ਨੇ ਇਹਦੇ ਬਾਰੇ। ਮੈਂ 2-4 ਜੇ ਤੁਸੀਂ ਕਹੋ ਤਾਂ ਸ਼ਬਦ ਬਿਆਨ ਕਰਾਂ। ਜਿੱਥੇ ਸ਼ਬਦ ਪੜ੍ਹਦੇ ਆ ਮਹਾਰਾਜ ਬਿਆਨ ਕਰਦੇ ਪਹਿਰਿਆਂ ਦੀ ਬਾਣੀ ਦੇ ਵਿੱਚ, ਉਹ ਬੰਦੇ ਚੇਤੇ ਰੱਖੀ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ ਖੀਰ ਪੀਆ ਖੇਲਾਈਆ ਵਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਭਰ ਜੋਬਨ ਮੈਂ ਮਤ ਅਹਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ, ਅੰਧੁਲੇ ਨਾਮ ਨਾ ਚਿੱਤ। ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਤੂੰ ਜਦੋਂ ਜਿਵੇਂ ਇਹ ਸਮਾਂ ਉਹਨਾਂ ਨੇ ਜ਼ਿਕਰ ਕੀਤਾ, ਜੇ ਤੂੰ ਇਹਦੇ ਵੱਲ ਥੋੜ੍ਹਾ ਜਿਹਾ ਵੀ ਧਿਆਨ ਦੇ
ਤੇ ਜਿਵੇਂ ਜਿਵੇਂ ਦਿਨ ਦੇ ਪਹਿਰ ਗੁਜ਼ਰਦੇ ਨੇ ਸਾਡੇ ਜੀਵਨ ਦਾ ਯਾਪਨ ਵੀ ਇਸੇ ਤਰੀਕੇ ਨਾਲ ਬਤੀਤ ਹੁੰਦਾ ਤੁਰਿਆ ਲਗਾ ਜਾਂਦਾ ਹੈ। ਜੇ ਆਪਾਂ ਖਿਆਲ ਕਰੀਏ ਤੇ ਜੋ ਬੀਤੀ ਸ਼ਾਮ ਮੈਂ ਥੋੜ੍ਹੀ ਜਿਹੀ ਬਾਤ ਪਾ ਰਿਹਾ ਸੀਗਾ ਜਿਸ ਨੂੰ ਸ਼ਾਮ ਨੂੰ ਬਿਲਕੁਲ ਵਾਈਂਡ ਅਪ ਕਰਾਂਗਾ, ਜਿਹਦਾ ਜ਼ਿਕਰ ਆਇਆ ਸੀਗਾ ਕਿ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜੋ ਕਹੋ ਕਵਨ ਬਿਦ ਕੀਜੈ। ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ। ਜਦੋਂ ਸਾਡੀ ਉਮਰ ਬਹੁਤ ਛੋਟੀ ਹੈ, ਹਾਲੇ ਐਨਰਜੀ ਦਾ ਲੈਵਲ ਬਹੁਤ ਹਾਈ ਹੈ ਸਾਡੇ ਕੋਲ। ਮਤਲਬ ਇਹ ਅੱਜ ਫਿਰ ਸਾਇੰਟੀਫਿਕ ਸਾਈਡ ਤੋਂ ਸਟੱਡੀਜ਼ ਦੀ ਗੱਲ ਕਰਦੇ ਆ, ਨਾਲ ਨਾਲ ਗੁਰਬਾਣੀ ਦੇ ਪੈਰਲਲ ਜਿਹੜੀ ਬਾਤ ਹੁੰਦੀ ਹੈ ਉਸ ਰੂਪ ਦੇ ਵਿੱਚ ਅਸੀਂ ਸਾਰੇ ਇਨਫੋਰਮੇਸ਼ਨ ਜਿਹੜੀ ਹੈ ਉਹ ਗੈਦਰ ਕਰਦੇ ਹਾਂ, ਇਨਫੋਰਮੇਸ਼ਨ ਜਿਹੜੀ ਹੈ ਉਹ ਅਕਿਊਮੂਲੇਟ ਕਰਦੇ ਹਾਂ, ਇਨਫੋਰਮੇਸ਼ਨ ਜਿਹੜੀ ਹੈ ਅਸੀਂ ਅਟੇਨ ਕਰਦੇ ਹਾਂ। ਸਾਡੇ ਆਲੇ ਦੁਆਲੇ ਬਹੁਤ ਬੜੀ ਇਨਫੋਰਮੇਸ਼ਨ ਪਈ ਹੈ, ਸਭ ਕੁਛ ਹੀ ਪਿਆ। ਕੁਦਰਤ ਨੇ ਸਾਰਾ ਜਿਹੜਾ ਹੈਗਾ ਹਰ ਚੀਜ਼ ਦਾ ਐਕਸਪੋਜ਼ਰ ਕੁਦਰਤ ਸਾਨੂੰ ਦੇ ਰਹੀ ਹੈ। ਉਹ ਕਿਤਾਬਾਂ ਦੇ ਰੂਪ ਦੇ ਵਿੱਚ ਹੈ, ਅੱਖਰਾਂ ਦੇ ਰੂਪ ਦੇ ਵਿੱਚ ਆ, ਉਹ ਮਨੁੱਖਾਂ ਦੁਆਰਾ ਕੀਤੇ ਜਾ ਰਹੇ ਅਮਲਾਂ, ਗੱਲਾਂ, ਬਾਤਾਂ, ਸੁਨੇਹਿਆਂ ਇਹਨਾਂ ਦੇ ਵਿੱਚ ਆ। ਉਹ ਸਾਡੇ ਆਲੇ ਦੁਆਲੇ ਕੁਦਰਤ ਦੇ ਰੰਗਾਂ ਦੇ ਵਿੱਚ ਪਿਆ ਹੈ। ਤੇ ਜੇ ਇਹ ਕਿਹਾ ਜਾਏ ਕਿ ਸਾਰੇ ਦੇ ਵਿੱਚ ਰੱਬ ਆਪ ਬੈਠਾ ਆ, ਉਹ ਵੀ ਉਹਦਾ ਵੀ ਐਕਸਪੋਜ਼ਰ ਹੈ ਸਾਨੂੰ, ਪਰ ਡਿਪੈਂਡ ਕਰਦਾ ਹੈ ਅਸੀਂ ਉਸ ਨੂੰ ਪਰਸੀਵ ਕਰਦੇ ਹਾਂ ਕਿ ਨਹੀਂ ਕਰਦੇ। ਜਿਵੇਂ ਸਪੋਜ਼ ਕਰੋ ਹੁਣ ਮੈਂ ਗੱਲ ਹੀ ਕਰ ਰਿਹਾ ਵਾਂ, ਇਸੇ ਗੱਲ ਨੂੰ ਹੀ ਜੇ ਲੈ ਲਿਆ ਜਾਏ ਤੇ ਇਹਦਾ ਸਾਡਾ ਪਰਸੀਵਿੰਗ ਲੈਵਲ ਕੀ ਹੋਏਗਾ। ਗੁਰਬਾਣੀ ਇਟਸ ਏ ਓਸ਼ਨ ਆਫ ਵਿਜ਼ਡਮ। ਫਿਰ ਮੈਂ ਬਾਤ ਕਰਾਂ ਸਾਇੰਟੀਫਿਕ ਸਾਈਡ ਤੋਂ, ਤੁਹਾਨੂੰ ਦੋ ਚਾਰ ਗੱਲਾਂ ਕਹਿ ਕੇ ਉਸ ਤਰੀਕੇ ਨਾਲ ਮੈਂ ਅੱਗੇ ਲੈ ਜਾਂਦਾ ਵਾਂ। ਉਹ 'ਚ ਹੈ ਕਿ ਜਿਵੇਂ ਅੱਜ ਕੱਲ੍ਹ ਇਹਦੇ ਬਾਰੇ ਸਾਡੇ ਕੋਲ ਬਹੁਤ ਸਾਰੀ ਨਿਊਰੋਲੋਜੀ ਸਾਈਡ ਤੋਂ, ਨਿਊਰੋ ਸਾਇੰਸ ਦੀ ਸਾਈਡ ਤੋਂ ਸਟੱਡੀਜ਼ ਆ ਗਈਆਂ ਨੇ, ਪਰ ਸਿੰਪਲ ਬਾਤ ਕਰਦਾ ਕਿ ਸਾਡਾ ਕਿਸੇ ਵੀ ਚੀਜ਼ ਨੂੰ ਪਰਸੀਵ ਕਰਨ ਦੇ ਐਟਲੀਸਟ 5 ਤਰੀਕੇ ਨੇ। ਵੈਸੇ ਤਾਂ ਇਸ ਤੋਂ ਜ਼ਿਆਦਾ ਨੇ, ਪਰ ਮੋਟੇ ਤੌਰ 'ਤੇ ਜਿਹੜਾ ਸਭ ਤੋਂ ਪਹਿਲਾ ਤਰੀਕਾ ਇਹ ਹੈ ਕਿ ਜੋ ਅਸੀਂ ਕੋਈ ਚੀਜ਼ ਪਰਸੀਵ ਕਰਦੇ ਹਾਂ ਉਹ ਅਸੀਂ ਇਮੈਜੀਨੇਸ਼ਨ ਵਿੱਚ ਕਰਦੇ ਹਾਂ। ਮੇਨ ਕੋਈ ਗੱਲ ਸੁਣੀ, ਅਜੇ ਗੱਲ ਪੂਰੀ ਨਹੀਂ ਸੁਣੀ, ਅਜੇ ਸਪੋਜ਼ ਕਰੋ ਕਿ ਕਿਸੇ ਚੀਜ਼ ਦੀ ਗੱਲ ਹੋਣ ਲੱਗੀ ਹੈ ਤੇ ਇੱਕਦਮ ਮਨ ਮੰਡਲ ਨੇ ਉਹਦੇ ਬਾਰੇ ਕਲਪਨਾ ਕਰਨੀ ਸ਼ੁਰੂ ਕਰਤੀ ਹੈ। ਜਿਹੜੀ ਉਹ ਕਾਲਪਨਿਕ ਚੀਜ਼ ਆ ਉਹ ਆਉਣੀ ਸ਼ੁਰੂ ਹੋ ਗਈ। ਜਿਵੇਂ ਹੀ ਉਹ ਕਲਪਨਾ ਉਸ ਲੈਵਲ 'ਤੇ ਆਉਣੀ ਸ਼ੁਰੂ ਹੋਈ, ਜਿਹੜੀ ਆ ਰਹੀ ਗੱਲ ਸੀ ਉਹ ਰੁਕ ਗਈ, ਮੇਰੀ ਇਮੈਜੀਨੇਸ਼ਨ ਵੱਧ ਗਈ। ਬੱਚਾ ਜਿਹੜਾ ਆ, ਇਸੇ ਕਰਕੇ ਬੱਚੇ ਨੂੰ ਕਿਹਾ ਜਾਂਦਾ ਹੈ ਲੰਮੇ ਸੈਂਟੈਂਸ ਦੇ ਵਿੱਚ ਉਹਨਾਂ ਨੂੰ ਇੰਸਟਰਕਸ਼ਨਸ ਨਾ ਦਿਓ। ਉਹਨਾਂ ਨੂੰ ਲਫ਼ਜ਼ ਬਹੁਤ ਜ਼ਿਆਦਾ ਜਿਹੜੇ ਹੈਵੀ ਵਰਡਸ ਨੇ, ਜਿਨ੍ਹਾਂ ਦੇ ਵਿੱਚ ਬੜਾ ਕਹਿ ਲਓ ਕਿ ਇੱਕ ਇਨਫੋਰਮੇਟਿਵ ਕਲਟਰ ਪਿਆ ਹੈਗਾ, ਡੋਂਟ ਟਰਾਈ ਟੂ ਐਕਚੁਅਲੀ ਟਾਕ ਟੂ ਦੈਮ ਲਾਈਕ ਦੈਟ। ਉਹਨਾਂ ਨਾਲ ਐਵੇਂ ਗੱਲ ਨਾ ਕਰੋ, ਉਹਨਾਂ ਨਾਲ ਗੱਲ ਛੋਟੀ ਕਰੋ, ਡਾਇਰੈਕਟ ਕਰੋ, ਟੂਕ ਮਾਤਰ ਕਰੋ, ਕਿਉਂਕਿ ਉਹਨਾਂ ਨੇ ਉਸੇ ਗੱਲ ਨੂੰ ਲੈਂਦਿਆਂ ਨਾਲ ਕਲਪਨਾ ਕਰਨੀ ਸ਼ੁਰੂ ਕਰ ਦੇਣੀ। ਇਮੈਜਨਰੀ ਲੈਵਲ ਬੜਾ ਹਾਈ ਹੁੰਦਾ, ਬੜਾ ਵੱਡਾ ਹੁੰਦਾ ਹੈ। ਇਹ ਮੰਨਿਆ ਗਿਆ ਕਿ ਜਿਹੜਾ ਸਪਿਰਿਚੁਅਲ ਸਾਈਡ ਤੋਂ ਜੋ ਬੱਚਾ ਅਟੇਨ ਕਰ ਸਕਦਾ ਆ, ਵੱਡਾ ਉਸ ਲੈਵਲ 'ਤੇ ਅਟੇਨ ਨਹੀਂ ਕਰ ਸਕਦਾ। ਜੇ ਇਹਨੂੰ ਹੋਰ ਸਿੰਪਲ ਕਰ ਲਿਆ ਜਾਏ ਤੇ ਖਲੀਲ ਜ਼ਿਬਰਾਨ ਇੱਕ ਜਗ੍ਹਾ ਲਿਖਦਾ ਹੈ, ਕਹਿੰਦਾ ਹੈ ਕਿ ਜੇ ਤੁਸੀਂ ਰੱਬ ਨੂੰ ਮਾਪੋਗੇ, ਵੈਸੇ ਤਾਂ ਰੱਬ ਇੱਕ ਹੀ ਹੈ, ਪਰ ਸਾਡੇ ਸਾਰਿਆਂ ਦੇ ਆਪੋ ਆਪਣੇ ਰੱਬ ਹੁੰਦੇ ਨੇ, ਜਿਵੇਂ ਜਿਵੇਂ ਸਾਡੀਆਂ ਮਾਨਤਾਵਾਂ ਨੇ। ਕਹਿੰਦਾ ਹੈ ਕਿ ਜਿਸ ਲੈਵਲ 'ਤੇ ਦੇਖੋਗੇ ਤੇ ਬੱਚੇ ਦਾ ਰੱਬ ਬਹੁਤ ਵੱਡਾ ਹੁੰਦਾ, ਕਿਉਂਕਿ ਬੱਚੇ ਦੀ ਇਮੈਜੀਨੇਸ਼ਨ ਬੜੀ ਵੱਡੀ ਹੁੰਦੀ ਹੈ। ਉਹਦੀ ਜਿਹੜੀ ਐਂਟੀਸਪੇਸ਼ਨ ਤੇ ਉਹਦੇ ਜਿਹੜੀ ਖਾਸ ਕਰਕੇ ਆਬਜ਼ਰਵੇਸ਼ਨ ਆ, ਅਸੀਂ ਆਈਡੀਆ ਵੀ ਨਹੀਂ ਲਾ ਸਕਦੇ ਉਹ ਕਿਸ ਕਿਸ ਚੀਜ਼ ਨੂੰ ਆਪਣੇ ਅੰਦਰ ਪਰਸੀਵ ਕਰਦਾ ਤੁਰਿਆ ਲੱਗਾ ਜਾਂਦਾ ਹੈਗਾ। ਕਿਉਂਕਿ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਸਾਡੀ ਇਮੈਜੀਨੇਸ਼ਨ ਜਿਹੜੀ ਹੈ, ਜਿਹਨੂੰ ਅਸੀਂ ਰਿਐਲਿਟੀ ਕਹਿੰਦੇ ਆ, ਰੀਅਲ ਵਰਲਡ ਦੇ ਵਿੱਚ ਉਹ ਅਸੀਂ ਜ਼ਿਆਦਾ ਸਟਕ ਹੁੰਦੇ ਲੱਗੇ ਜਾਂਦੇ ਹਾਂ। ਜਿਹੜਾ ਉਸ ਤੋਂ ਆਲੇ ਦੁਆਲੇ ਉਹਦੇ ਜੋ ਕੁਝ ਹੋ ਸਕਦਾ, ਜਿਹੜੀਆਂ ਪੋਸੀਬਿਲਿਟੀਜ਼ ਨੇ, ਉਹ ਸਾਡੇ ਅੰਦਰੋਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸੇ ਲਈ ਜਿਵੇਂ ਤੁਸੀਂ ਦੇਖਦੇ ਹੋ ਹਰ ਖੇਤਰ ਦੇ ਵਿੱਚ ਅੱਜ ਕੱਲ੍ਹ ਤਾਂ ਇਨੋਵੇਸ਼ਨ ਦੀ ਗੱਲ ਹੋ ਰਹੀ ਹੈ, ਯੰਗ ਬਲੱਡ ਦੀ ਗੱਲ ਹੋ ਰਹੀ ਹੈ। ਇਮੈਜਿਨ ਕਰਨਾ ਚੀਜ਼ਾਂ ਨੂੰ, ਕਲਪਨਾ ਲਿਆਉਣੀ, ਪਹਿਲਾਂ ਬੰਦੇ ਨੇ ਅੰਦਰ ਚਿਤਵਣਾ ਹੈ। ਸੋ ਪਰਸੀਵ ਕਰਨ ਦਾ ਪਹਿਲਾ ਲੈਵਲ ਆ। ਇਹਦੇ ਵਿੱਚ ਬਹੁਤ ਜ਼ਿਆਦਾ ਲੋੜ ਨਹੀਂ ਹੁੰਦੀ ਇਨਫੋਰਮੇਸ਼ਨ ਦੀ, ਆਪਣੀ ਇਮੈਜੀਨੇਸ਼ਨ ਤੇ ਕਲਪਨਾ ਨੂੰ ਯੂਜ਼ ਕਰਨਾ ਹੁੰਦਾ ਆ। ਜੇਕਰ ਰੱਬ ਜੀ ਬਾਰੇ ਹੁਣ ਸਪੋਜ਼ ਕਰੋ, ਮੈਂ ਜਿਹੜੀ ਬੇਨਤੀ ਮੌਲਿਕ ਰੂਪ ਵਿੱਚ ਕਰ ਰਿਹਾ ਸੀਗਾ, ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਬਾਲਕ ਬੁੱਧ ਅਚੇਤ। ਬਾਲਕ ਦੀ ਬੁੱਧੀ ਅਚੇਤ ਹੁੰਦੀ ਹੈ, ਉਹ ਸੁੱਤਾ ਹੁੰਦਾ, ਉਹਨੂੰ ਬਹੁਤਾ ਨਹੀਂ ਪਤਾ ਹੁੰਦਾ। ਉਹਦੇ ਉੱਤੇ ਅਸੀਂ ਕਈ ਵਾਰ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਅਸੀਂ ਲੜ ਪੈਂਦੇ ਹਾਂ ਬੱਚੇ ਦੇ ਨਾਲ, ਉਹਦੇ ਨਾਲ ਉਹਨੂੰ ਡਾਂਟਦੇ ਵੀ ਹਾਂ,
ਉਹਨੂੰ ਇਹ ਨਹੀਂ ਪਤਾ ਮਤਲਬ ਜਿਹੜਾ ਹੈਗਾ ਟਾਈਮ ਨਾਲ ਬੈੱਡ 'ਤੇ ਸੌਣ ਦਾ ਕੀ ਫਾਇਦਾ ਆ, ਸਵੇਰੇ ਅਰਲੀ ਉੱਠਣ ਦਾ ਕੀ ਫਾਇਦਾ ਆ, ਦੁੱਧ ਦੀ ਕੋਕ ਦੀ ਬਜਾਏ ਦੁੱਧ ਪੀਣ ਦਾ ਕੀ ਫਾਇਦਾ ਆ, ਜਾਂ ਜਿਹੜੀਆਂ ਕੈਂਡੀਜ਼ ਨੇ ਬੱਚੇ ਨੂੰ ਤੁਸੀਂ ਚੋਇਸ ਦਿਓ, ਇੱਕ ਪਾਸੇ ਬ੍ਰੈਡ ਖਾਣ ਲਈ ਦਿਓ, ਇੱਕ ਪਾਸੇ ਕੈਂਡੀ ਦਿਓ, ਬੱਚਾ ਕੈਂਡੀ ਚੂਜ਼ ਕਰੇਗਾ। ਉਸ ਨੂੰ ਤੁਸੀਂ ਇੱਕ ਪਾਸੇ ਉਸ ਨੂੰ ਵੈਜੀਟੇਬਲ ਖਾਣ ਲਈ ਦਿਓ, ਦੂਜੇ ਪਾਸੇ ਆਈਸਕ੍ਰੀਮ ਪਾ ਕੇ ਦਿਓ, ਬੱਚਾ ਕਹੇਗਾ ਵਾਈ ਵੁੱਡ ਆਈ ਐਕਚੁਅਲੀ ਈਟ ਸੈਲਡ, ਆਈ ਵੁੱਡ ਐਕਚੁਅਲੀ ਪ੍ਰੈਫਰ ਆਈਸਕ੍ਰੀਮ, ਮੈਂ ਤਾਂ ਇਹਨੂੰ ਲਵਾਂਗਾ, ਇਹਨੂੰ ਛਕਾਂਗਾ ਇਸ ਰੂਪ ਦੇ ਵਿੱਚ। ਸਾਨੂੰ ਲੱਗਦਾ ਨਹੀਂ 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 ਨਹੀਂ, ਇਹ ਐਕਚੁਅਲ ਲੈਵਲ 'ਤੇ ਨਾ ਇਹ ਠੀਕ ਨਹੀਂ ਹੈ ਚੀਜ਼। ਇਹਨੂੰ ਕੀ ਪਤਾ ਆ, ਉਹਦੀ ਅਚੇਤ ਬੁੱਧੀ ਆ, ਬੁੱਧੀ ਤੇ ਹੈ ਉਹਦੇ ਵਿੱਚ, ਸੋਝੀ ਤੇ ਹੈ, ਪਰ ਅਚੇਤ ਸੁੱਤੀ ਆ, ਉਹਨੇ ਜਾਗਣਾ ਆ, ਉਹਦੇ ਤੇ ਜਾਗਰਤੀ ਆ ਸਕਦੀ ਹੈ। ਪਰ ਇਹ ਜਾਗਰਤੀ ਸਿਰਫ ਦੁਨੀਆਦਾਰੀ ਬਾਰੇ ਨਹੀਂ। ਮਾਫੀ ਮੰਗਾਂਗਾ, ਬੀਇੰਗ ਏ ਪੇਰੈਂਟ ਸਾਡੀ ਬਹੁਤਿਆਂ ਦੀ ਜਿਹੜੀ ਚਿੰਤਾ ਹੁੰਦੀ ਹੈ ਨਾ, ਉਹ ਸਾਡੀ ਇਹ ਹੁੰਦੀ ਹੈ ਕਿ ਬੱਚਾ ਜਿਹੜਾ ਆ ਮੇਰੇ ਜਿੰਨਾ ਚਲਾਕ ਬਣ ਜੇ ਬਸ। ਕਿਉਂਕਿ ਜੇਕਰ ਇਹ ਭੋਲਾ ਰਹਿ ਗਿਆ, ਦੁਨੀਆ ਤੇ ਲੁੱਟ ਲੇਗੀ ਇਹਨੂੰ, ਠੱਗ ਲੇਗੀ ਇਹਨੂੰ। ਇਹ ਜਿਹੜੀ ਚੀਜ਼ ਸਾਡੇ ਅੰਦਰ ਚੱਲਦੀ ਹੈ, ਹਾਲਾਂਕਿ ਉਹ ਜਿਹੜੀ ਉਹਦਾ ਅਭੋਲਪੁਣਾ ਆ, ਭੋਲਾਪਨ ਆ, ਉਸ ਨੂੰ ਅਸੀਂ ਆਪਣੇ ਤਰੀਕੇ ਨਾਲ ਖੁੰਡਾ ਕਰ ਦਿੰਦੇ ਹਾਂ। ਅਸੀਂ ਉਹਨੂੰ ਕਹਿੰਦੇ ਨਹੀਂ ਨਹੀਂ ਨਹੀਂ, ਇਹਨੂੰ ਐਕਚੁਅਲੀ ਆਹ ਜਿਹੜੀਆਂ ਚੀਜ਼ਾਂ ਨੇ ਜਿਹਨੂੰ ਟ੍ਰੇਟਸ ਕਿਹਾ ਜਾਂਦਾ ਨਾ, ਸੰਸਕਾਰ, ਸੰਸਕਾਰ ਇੱਕ ਯੂਨੀਵਰਸਲ ਚੀਜ਼ ਆ। ਕੁਝ ਤੇ ਇੰਡੀਵਿਜੂਅਲਸ ਆਪਣੇ ਨਾਲ ਕੈਰੀ ਕਰਕੇ ਆਉਂਦੇ ਨੇ, ਕੁਦਰਤ ਉਹਨਾਂ ਨੂੰ ਦੇ ਕੇ ਭੇਜਦੀ ਹੈ, ਉਹਨਾਂ ਦੀ ਸੰਭਾਲ ਕਰਨੀ ਹੁੰਦੀ ਹੈ। ਜਿਵੇਂ ਅਸੀਂ ਭੱਟਾਂ ਦੇ ਸਵਈਏ ਪੜ੍ਹੀਏ ਤੇ ਉਹ ਬਿਆਨ ਕਰਦੇ ਨੇ ਗੁਰੂ ਅਰਜਨ ਸਾਹਿਬ ਬਾਰੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੇ ਗੁਰੂ ਅਰਜਨ ਸਾਹਿਬ, ਤੁਹਾਨੂੰ ਬਹੁਤ ਕੁਝ ਸਿੱਖਣ ਸਿਖਾਉਣ ਦੀ ਲੋੜ ਨਹੀਂ ਸੀ ਹੈ। ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਜਾਂ ਗੁਰੂ ਅੰਗਦ ਸਾਹਿਬ ਨੇ ਪਹਿਲਾ ਜੀਵਨ ਦੇਖੋਗੇ ਭਾਈ ਲਹਿਣੇ ਦੇ ਰੂਪ ਦੇ ਵਿੱਚ, ਉਮਰ ਦਾ ਵੱਡਾ ਹਿੱਸਾ ਕਿਸੇ ਹੋਰ ਪਾਸੇ ਬਤੀਤ ਹੋ ਗਿਆ। ਜਦੋਂ ਗੁਰੂ ਸਾਹਿਬ ਕੋਲ ਆਏ ਉਦੋਂ ਓਪਨ ਮਾਈਂਡਡ ਹੋ ਕੇ ਆਏ। ਤੇ ਗੁਰੂ ਇੱਕ ਪਾਰਸ ਧਾਤ ਆ, ਗੁਰੂ ਇੱਕ ਪਾਰਸ ਦੇ ਰੂਪ ਦੇ ਵਿੱਚ ਆ। ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਨਜ਼ਮ ਅਸੀਂ ਪੜ੍ਹੀ ਹੈ ਨਾ ਕਦੀ, ਤੇ ਉਹ ਜ਼ਿਕਰ ਕਰਦੇ ਕਿ ਮੈਂ ਚੰਗੀ ਵੇ ਲੋਕਾ, ਜਿਹਨੂੰ ਸਾਈਂ ਨੇ ਹੱਥ ਲਾਇਆ, ਗੁਣ ਅਵਗੁਣ ਉਸ ਕੁਝ ਨਾ ਤੱਕਿਆ, ਝੋਲੀ ਪਕੜ ਬਿਠਾਇਆ, ਮੰਦੀ ਸਾਂ ਪਰ ਚੰਗੀ ਹੋ ਗਈ, ਹੁਣ ਮੰਦੀ ਕਹੋ ਨਾ ਕੋਏ, ਉਸ ਤਾਂਬੇ ਨੂੰ ਕਹੋ ਨਾ ਤਾਂਬਾ, ਜਿਹਨੂੰ ਪਾਰਸ ਨੇ ਗਲ ਲਾਇਆ। ਉਹ ਕਹਿੰਦੇ ਦੁਨੀਆ ਦੇ ਲੋਕੋ, ਕਈ ਵਾਰ ਚੀਜ਼ਾਂ ਬਹੁਤ ਛੋਟੀਆਂ ਹੁੰਦੀਆਂ ਨੇ, ਅਦਨੀਆਂ ਹੁੰਦੀਆਂ ਨੇ, ਪਰ ਉਹਨਾਂ ਨੂੰ ਕਈ ਵਾਰ ਛੋਹ ਐਸੀ ਮਿਲ ਜਾਂਦੀ ਏ ਕਿ ਉਹ ਉਸ ਛੋਹ ਦੇ ਨਾਲ, ਜਿੱਡੀ ਵੱਡੀ ਉਹਨਾਂ ਨੂੰ ਛੋਹ ਦੇਣ ਵਾਲੀ ਉਹ ਚੀਜ਼ ਆ, ਉਨੀਆਂ ਵੱਡੀਆਂ, ਖਾਸ ਕਰਕੇ ਪਾਰਸ ਦੇ ਰੂਪ ਦੇ ਵਿੱਚ। ਜਾਂ ਬਾਣੀ 'ਚ ਅਸੀਂ ਉਪਦੇਸ਼ ਪੜ੍ਹੀਏ, ਭਗਤ ਕਬੀਰ ਜੀ ਦਾ ਸ਼ਬਦ ਆ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੈਂ ਜੋ ਚੰਦਨ ਪਾਸ। ਧਰਤੀ ਦੇ ਉੱਤੇ ਬੜੀ ਬਨਸਪਤੀ ਹੈ, ਬੜੇ ਵੱਡੇ ਦਰਖਤ ਨੇ। ਜੇ ਪੰਜਾਬ ਦੇ ਨੇਟਿਵ ਇਨਵਾਇਰਮੈਂਟ ਦੀ ਗੱਲ ਕਰੋਗੇ ਤੇ ਤੁਹਾਨੂੰ ਉੱਥੇ ਮਿਲ ਜਾਣਗੇ ਦਰਖਤ, ਤੁਹਾਨੂੰ ਉੱਥੇ ਟਾਹਲੀਆਂ, ਸੀਸਮ, ਚੀਲ, ਸਾਗਵਾਨ, ਬਹੁਤ ਵੱਡੇ ਈਵਨ ਸਿੰਬਲ, ਉਹਦਾ ਵੀ ਜ਼ਿਕਰ ਬਾਣੀ 'ਚ, ਬੜਾ ਵੱਡਾ ਦਰਖਤ ਆ। ਹੋਰ ਤੇ ਹੋਰ ਤੁਹਾਨੂੰ ਉੱਥੇ ਨਿੰਮ, ਬੋਹੜ, ਪਿੱਪਲ, ਵੱਡੇ ਇਸ ਕਿਸਮ ਦੇ ਦਰਖਤ ਮਿਲ ਜਾਣਗੇ। ਬਾਬਾ ਕਬੀਰ ਜੀ ਨੇ ਤਾਰੀਫ ਕੀਤੀ, ਤਾਰੀਫ ਕਿਹਦੀ ਕੀਤੀ? ਕਹਿਣਗੇ ਚੰਦਨ ਦੀ। ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਉਹਦੇ ਮੁਕਾਬਲੇ ਵੱਡੇ ਢਾਕ ਪਲਾਸ, ਮਤਲਬ ਵੱਡੇ ਛਿਛਰੇ ਦੇ ਦਰਖਤ, ਚੌੜੇ ਪੱਤੇ, ਮੋਟੀ ਲੱਕੜ, ਬੇਤਹਾਸ਼ਾ ਉਮਰਾਂ ਹੰਡਾਉਣ ਵਾਲੇ ਆਲੀਸ਼ਾਨ ਵੱਡੇ ਦਰਖਤ, ਉਹਨਾਂ ਦੇ ਮੁਕਾਬਲਤਨ ਜਿਹੜਾ ਖਾਸ ਕਰਕੇ ਚੰਦਨ ਆ, ਉਹ ਭਾਵੇਂ ਬਿਰਵਾ ਸਭ ਤੋਂ ਜਿਹੜਾ ਬੈਸਟ ਚੰਦਨ ਹੁੰਦਾ ਆ, ਉਹ ਸਿਰਫ 52 ਉਂਗਲਾਂ ਦਾ ਹੈ, 52 ਫਿੰਗਰਸ ਐਕਚੁਅਲੀ ਟਾਲ, ਓਨਲੀ ਦੈਟ ਮਚ। ਉਹਦੀ ਹਾਈਟ ਬਹੁਤੀ ਵੱਡੀ ਨਹੀਂ ਹੁੰਦੀ, 52 ਉਂਗਲਾਂ ਦਾ ਹੁੰਦਾ, ਕਿੱਡਾ ਛੋਟਾ ਜਿਹਾ। ਪਰ ਉਹ ਛੋਟਾ ਜਿਹਾ ਦਰਖਤ ਵੱਡੇ ਢਾਕ ਪਲਾਸ ਦੇ ਦਰਖਤਾਂ ਨਾਲੋਂ ਕਿਤੇ ਵੱਡਾ ਆ। ਉਹਦਾ ਕਾਰਨ ਕੀ ਹੈ ਕਿ ਜੇ ਚੰਦਨ ਦੇ ਵਿੱਚ ਖੁਸ਼ਬੂ ਹੈ ਤਾਂ ਇਕੱਲਾ ਆਪਣੇ ਕੋਲ ਖੁਸ਼ਬੂ ਨਹੀਂ ਰੱਖਦਾ, ਬਲਕਿ ਜਿਹੜਾ ਕੋਲ ਆਉਂਦਾ ਉਹਨੂੰ ਵੀ ਖੁਸ਼ਬੂ ਦੇ ਦਿੰਦਾ। ਭਾਈ ਗੁਰਦਾਸ ਜੀ ਦਾ ਇੱਕ ਪਦਾ ਬੜਾ ਕਮਾਲ ਦਾ ਹੈ। ਉਹ 'ਚ ਐਗਜ਼ਾਮਪਲ ਜਿਹੜੀ ਕਰਦੇ, ਉਹ ਕਹਿੰਦੇ ਕਿ ਦੇਖੋ, ਜੇ ਆਪਾਂ ਬਨਸਪਤੀ ਵਿੱਚ ਦੇਖਦੇ ਹਾਂ ਤੇ ਕੁਦਰਤ ਨੇ ਹਰ ਇੱਕ ਬਨਸਪਤੀ ਨੂੰ ਕੋਈ ਨਾ ਕੋਈ ਖੂਬੀ ਦਿੱਤੀ ਹੈ। ਜਿਵੇਂ ਤੁਸੀਂ ਦੇਖੋਗੇ
ਕੁਝ ਬਨਸਪਤੀਆਂ ਐਸੀਆਂ ਨੇ ਜਿਨ੍ਹਾਂ ਦੇ ਉੱਗਣ ਦੇ ਨਾਲ ਹੀ ਉਹਨਾਂ ਦੀ ਕੀਮਤ ਪੈ ਜਾਂਦੀ ਹੈ। ਜਿਵੇਂ ਸਪੋਜ਼ ਨਿਆਜ਼ ਬੋਝ ਆ, ਜਿਹੜੀਆਂ ਵੈਸਲਸ ਹੁੰਦੀਆਂ ਨੇ, ਹਰਬਸ ਜਿਹਨਾਂ ਖਾਸ ਕਰਕੇ ਇਸ ਕਿਸਮ ਦੀਆਂ ਤੁਸੀਂ ਦੇਖਦੇ ਹੋ ਜਾਂ ਵੈਸਲਸ ਦੇਖਦੇ ਹੋ, ਉਹਨਾਂ ਦੇ 'ਚ ਹੁੰਦਾ ਹੈ ਕਿ ਜਿਵੇਂ ਸਪੋਜ਼ ਕਰੋ ਉੱਗੇ ਹੀ ਨੇ, ਜਿਵੇਂ ਨਿਆਜ਼ ਬੋਝ ਆ, ਤੁਲਸੀ ਹੈ, ਹੋਰ ਇਹੋ ਜਿਹੇ, ਸਿਰਫ ਉਹਨਾਂ ਨੂੰ ਪੱਤੇ ਲੱਗ ਗਏ, ਦੈਟਸ ਐਨਫ। ਪੱਤੇ ਹੀ ਤੋੜ ਕੇ ਯੂਜ਼ ਕਰ ਲਓ। ਹਰ ਇੱਕ ਬੂਟੇ ਦੀ ਵੈਲਿਊ ਐਵੇਂ ਨਹੀਂ ਪੈਂਦੀ। ਕੁਝ ਬੂਟੇ ਐਸੇ ਨੇ ਜਿਹੜੇ ਥੋੜ੍ਹੇ ਵੱਡੇ ਹੁੰਦੇ ਨੇ ਤੇ ਵੱਡੇ ਨਹੀਂ ਹੁੰਦੇ, ਬਲਕਿ ਉਹਨਾਂ ਨੂੰ ਥੋੜ੍ਹਾ ਹੋਰ ਵੱਡੇ ਹੋ ਕੇ ਉਹਨਾਂ ਨੂੰ ਫੁੱਲ ਲੱਗਣੇ ਚਾਹੀਦੇ ਨੇ, ਤਾਂ ਜਾ ਕੇ ਉਹਨਾਂ ਦੀ ਵੈਲਿਊ ਵੱਜਦੀ ਹੈ। ਜਿਵੇਂ ਗੁਲਮੋਹਰ ਆ, ਉਹਨੂੰ ਫੁੱਲ ਲੱਗਣਗੇ, ਡੈਕੋਰੇਟਿਵ ਜਿਹੜਾ ਹੈਗਾ ਉਹ ਪਲਾਂਟ ਆ, ਉਹ ਤਾਂ ਹੀ ਸੋਹਣਾ ਲੱਗੇਗਾ, ਠੀਕ ਹੈ ਜੀ। ਪਰ ਹਰ ਇੱਕ ਬੂਟੇ 'ਚ ਖੂਬੀ ਨਹੀਂ। ਕਈਆਂ ਦੇ ਪੱਤੇ ਕੰਮ ਆ ਜਾਂਦੇ, ਕਈਆਂ ਦੇ ਥੋੜ੍ਹੇ ਵੱਡੇ ਹੁੰਦੇ ਨੇ ਤੇ ਉਹਨਾਂ ਦੇ ਫੁੱਲ ਕੰਮ ਆ ਜਾਂਦੇ, ਫੁੱਲ ਸੋਹਣੇ ਲੱਗਦੇ। ਮਗਰ ਬਹੁਤ ਸਾਰੇ ਬੂਟੇ ਐਸੇ ਨੇ ਜਿਹੜੇ ਫੁੱਲ ਲੱਗਣ, ਉਹਨਾਂ ਨੂੰ ਪੱਤ ਲੱਗਣ, ਪਰ ਇਹਦੇ ਨਾਲ ਨਹੀਂ, ਜਿੰਨੀ ਦੇਰ ਫਲ ਨਹੀਂ ਲੱਗਦੇ। ਅੰਬਾਂ ਦਾ ਬੂਟਾ ਆ, ਉਦੋਂ ਕੀਮਤ ਪਏਗੀ ਜਦੋਂ ਉਹਨੂੰ ਅੰਬ ਲੱਗਣਗੇ, ਬੂਰ ਲੱਗੇਗਾ, ਬੂਰ ਤੋਂ ਬਾਅਦ ਅੰਬ ਬਣਨਗੇ। ਅਮਰੂਦ ਹੈ, ਅਨਾਰ ਹੈ, ਮਤਲਬ ਜਿੰਨੇ ਬੂਟੇ ਨੇ ਇਸ ਰੂਪ ਵਿੱਚ ਉਹਨਾਂ ਦੀ ਖੂਬੀ ਇਹ ਹੋਏਗੀ। ਚਲੋ ਪੱਤ ਵਾਲੇ ਬੂਟੇ ਵੀ ਹੈਗੇ ਨੇ, ਕੰਮ ਆ ਜਾਂਦੇ, ਫੁੱਲਾਂ ਵਾਲੇ ਵੀ ਆ ਜਾਂਦੇ ਕੰਮ। ਫਲ ਵਾਲੇ ਬੂਟੇ, ਉਹਨਾਂ ਦੀ ਤਾਂ ਵੈਲਿਊ ਬੜੀ ਹੈ, ਫਲ ਲੱਗ ਜਾਂਦਾ, ਲੋਕੀ ਖਾ ਲੈਂਦੇ। ਪਰ ਬਹੁਤ ਸਾਰੇ ਬੂਟੇ ਐਸੇ ਨੇ ਜਿਨ੍ਹਾਂ ਨੂੰ ਪੱਤ ਵੀ ਲੱਗਦੇ, ਫੁੱਲ ਵੀ ਲੱਗਦੇ, ਤੇ ਉਹਨਾਂ ਨੂੰ ਥੋੜ੍ਹਾ ਬਹੁਤ ਆਪਣੇ ਮੁਤਾਬਕ ਕੋਈ ਫਲ ਵੀ ਲੱਗਦਾ, ਪਰ ਉਹ ਕੰਮ ਨਹੀਂ ਆਉਂਦੇ। ਸਪੋਜ਼ ਜਿਵੇਂ ਮੈਂ ਜੇ ਹੁਣ ਟਾਹਲੀ ਦੀ ਗੱਲ ਕੀਤੀ ਹੈ, ਜੇ ਤੁਸੀਂ ਸਾਗਵਾਨ, ਸੀਸਮ, ਆਖਰਕਾਰ ਪੱਤ, ਫੁੱਲ ਤੇ ਫਿਰ ਥੋੜ੍ਹਾ ਬਹੁਤਾ ਬੀਜ ਫਲ ਤੇ ਉਹਨਾਂ ਨੂੰ ਵੀ ਲੱਗਦਾ ਆ। ਹਾਂ, ਇਹ ਤੇ ਕੋਈ ਉਹਨਾਂ ਦੀ ਵੈਲਿਊ ਨਹੀਂ, ਪਰ ਇੱਕ ਵੈਲਿਊ ਜ਼ਰੂਰ ਹੈ ਕਿ ਉਹਨਾਂ ਦੀ ਲੱਕੜ ਕੰਮ ਆ ਜਾਂਦੀ, ਫਰਨੀਚਰ ਬਣਦਾ ਹੈ, ਵਧੀਆ ਵਧੀਆ ਸਾਜੋ ਸਮਾਨ ਬਣਦਾ ਹੈ, ਜਿਵੇਂ ਸਾਡੇ ਮਿਊਜ਼ੀਕਲ ਇੰਸਟਰੂਮੈਂਟਸ ਵਗੈਰਾ, ਇਹ ਚੀਜ਼ਾਂ ਬਣਦੀਆਂ, ਠੀਕ ਹੈ, ਇਹ ਵੀ ਖਾਸੀਅਤ ਹੈ। ਚਲੋ ਮੰਨਿਆ ਵੀ ਕੁਝ ਬੂਟੇ ਐਸੇ ਵੀ ਕੁਦਰਤ ਨੇ ਪੈਦਾ ਕੀਤੇ ਜਿਨ੍ਹਾਂ ਦੇ ਪੱਤ ਵੀ ਕੰਮ ਨਹੀਂ ਆਉਂਦੇ, ਜਿਨ੍ਹਾਂ ਦੇ ਫੁੱਲ ਵੀ ਕੰਮ ਨਹੀਂ ਆਉਂਦੇ, ਜਿਨ੍ਹਾਂ ਦੇ ਫਲ ਵੀ ਕੰਮ ਨਹੀਂ ਆਉਂਦੇ, ਜਿਨ੍ਹਾਂ ਦੀ ਲੱਕੜ ਫਰਨੀਚਰ ਦੇ ਕੰਮ ਵੀ ਨਹੀਂ ਆਉਂਦੀ। ਉਹਨਾਂ ਦਾ ਫਿਰ ਕੀ ਕਰਾਂਗੇ ਭਾਈ, ਉਹ ਵੀ ਕੰਮ ਆ ਜਾਂਦੇ। ਜਿਵੇਂ ਕਿੱਕਰ ਆ, ਆਪਣੇ ਉੱਥੇ ਨੇਟਿਵ এনवायरमेंट ਦੇ ਵਿੱਚ ਬਾਲਣ ਦੇ ਕੰਮ ਬੜਾ ਹੁੰਦਾ ਆ, ਬੜੀ ਕਮਾਲ ਦੀ ਲੱਕੜ ਬਲਦੀ ਹੈ ਉਹਦੀ। ਜਿਹੜਾ ਬੂਟਾ ਇਹਨਾਂ 'ਚੋਂ ਕਿਸੇ ਕੈਟਾਗਰੀ ਵਿੱਚ ਫਿੱਟ ਨਹੀਂ ਆਉਂਦਾ, ਨਾ ਉਹਦੇ ਪੱਤ ਕੰਮ ਆਉਣ, ਨਾ ਫੁੱਲ, ਨਾ ਫਲ, ਨਾ ਉਹਦੀ ਲੱਕੜ, ਈਵਨ ਉਹਦੀ ਲੱਕੜ ਜਲਾਉਣ ਦੇ ਕੰਮ ਵੀ ਨਾ ਆਏ, ਉਸ ਬੂਟੇ ਦਾ ਕੀ ਕਰੋਗੇ? ਉਹ ਬੂਟਾ ਪਤਾ ਕਿਹੜਾ? ਸਿੰਬਲ। ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਅਸੀਂ ਪੜ੍ਹੀਏ, ਮਹਾਰਾਜ ਬਿਆਨ ਕਰਦੇ ਨੇ, ਸਿੰਬਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਛ, ਓਏ ਜੀ ਆਵੇਂ ਆਸ ਕਰ, ਜਾਹੇ ਨਿਰਾਸੇ ਕਿਤ, ਫੁੱਲ ਫਿੱਕੇ ਫਲ ਬਕ ਬਕੇ, ਕੰਮ ਨਾ ਆਵੇਂ ਪੱਤ। ਕੁਛ ਵੀ ਕੰਮ ਨਹੀਂ ਆ ਰਿਹਾ, ਨਾ ਫੁੱਲ, ਨਾ ਫਲ, ਨਾ ਪੱਤ, ਬਿਲਕੁਲ ਬੇਕਾਰ। ਈਵਨ ਲੱਕੜ ਵਿੱਚ ਬੜੀ ਗਠਿਆਲੀ ਹੁੰਦੀ ਹੈ, ਪਾੜਨੀ, ਕੱਟਣੀ, ਚੀਰਨੀ ਔਖੀ ਹੁੰਦੀ ਹੈ, ਬਹੁਤਾ ਸਮਾਂ ਪਾਣੀ ਅੰਦਰ ਕੈਰੀ ਕਰਦੀ ਹੈ, ਬਲਦੀ ਨਹੀਂ, ਧੂੰਆਂ ਜ਼ਿਆਦਾ ਹੁੰਦਾ। ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਹੀਆਂ ਜਾਂਦੀਆਂ। ਮਗਰ ਭਾਈ ਗੁਰਦਾਸ ਜੀ ਕਹਿੰਦੇ, ਸਿੰਬਲ ਦਾ ਬੂਟਾ ਵੀ ਬਾਜ਼ਾਰ ਦੇ ਵਿੱਚ ਬੇਤਹਾਸ਼ਾ, ਦੂਜੀ ਲੱਕੜ ਤੋਂ ਕਿਤੇ ਮਹਿੰਗਾ, ਸੁਨਿਆਰੇ ਦੀ ਦੁਕਾਨ ਤੇ ਛੋਟੀਆਂ ਛੋਟੀਆਂ ਗਠੀਆਂ 'ਚ ਵਿਕ ਸਕਦਾ, ਛੋਟੀਆਂ ਛੋਟੀਆਂ ਪੁੜੀਆਂ 'ਚ ਵਿਕ ਸਕਦਾ। ਉਹ ਕਿਵੇਂ ਭਾਈ ਸਾਹਿਬ? ਜੇਕਰ ਉਹੀ ਸਿੰਬਲ ਦਾ ਬੂਟਾ ਚੰਦਨ ਦੇ ਬੂਟੇ ਦੇ ਕੋਲ ਉਗ ਜਾਏ ਤੇ। ਇਹ ਚੰਦਨ ਦੀ ਖਾਸੀਅਤ ਆ। ਚੰਦਨ ਕਾ ਬਿਰਵਾ ਭਲਾ ਬੇੜੇ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹਿ ਬਸੈਂ ਜੋ ਚੰਦਨ ਪਾਸ। ਉਹ ਵੀ ਚੰਦਨ ਹੋ ਗਏ ਜਿਹੜੇ ਚੰਦਨ ਦੇ ਕੋਲ ਵਸੇ। ਸੋ ਇਹ ਹੈ ਗੁਰੂ ਚੰਦਨ ਆ। ਗੁਰੂ ਨੂੰ, ਗੁਰੂ ਮਹਾਰਾਜ ਦੀ ਜਿਹੜੀ ਉਹਨਾਂ ਦੀ ਖੂਬੀ ਹੈ ਉਹ ਇਹ ਹੈ ਕਿ ਉਹ ਮਾਨਵ ਕਲਿਆਣ ਹਿੱਤ, ਜੇ ਕੋਈ ਮਨੁੱਖ ਉਹਨਾਂ ਦੀ ਉਪਦੇਸ਼, ਸੰਦੇਸ਼, ਉਹਨੂੰ ਕਿਸੇ ਲੈਵਲ ਤੇ ਉਹਦੇ ਨਾਲ ਐਸੋਸੀਏਸ਼ਨ ਬਿਲਡ ਕਰੇਗਾ, ਗੁਰੂ ਉਹਦਾ ਰੂਪ ਵਟਾ ਦੇਗਾ, ਗੁਰੂ ਉਹਦੀ ਪੂਰੀ ਸ਼ਖਸੀਅਤ ਬਦਲ ਦੇਗਾ, ਗੁਰੂ ਉਹਦੀ ਕੰਪਲੀਟ ਜਿਹੜੀ ਟਰਾਂਸਫਰਮੇਸ਼ਨ ਆ, ਤਬਦੀਲੀ ਹੈ, ਉਹ ਲੈ ਆਵੇਗਾ। ਹੁਣ ਇਹ ਜਿਹੜੀ ਖਾਸੀਅਤ ਆ, ਇਸ ਖਾਸੀਅਤ ਦੇ ਰੂਪ ਦੇ ਵਿੱਚ ਜਿਹੜੀ ਮੈਂ ਬਾਤ ਕਰ ਰਿਹਾ ਸੀਗਾ, ਜੇ ਹੁਣ ਪਹਿਲਾ ਪਹਿਰ ਆ, ਬੁੱਧ ਅਚੇਤ ਆ, ਬਾਲਕ ਬੁੱਧ ਅਚੇਤ, ਖੀਰ ਪੀਆ ਖਿਲਾਈ ਹੈ, ਉਦੋਂ ਸਿਰਫ ਖਾਣ ਪੀਣ ਦੀ ਸੋਝੀ ਹੈ, ਪਰ ਇਮੈਜੀਨੇਸ਼ਨ ਬੜੀ ਹਾਈ ਹੈ। ਜੇ ਕਿਤੇ ਉਸ ਸਮੇਂ 'ਚ ਕਿਤੇ ਬਾਣੀ ਦਾ ਐਕਸਪੋਜ਼ਰ ਆ ਜਾਏ,
ਜੇ ਕਿਤੇ ਉਸ ਸਮੇਂ ਦੇ ਵਿੱਚ ਪਰਿਵਾਰਾਂ ਦੇ ਵਿੱਚੋਂ ਕੁਝ ਰੂਹਾਨੀ ਕਦਰਾਂ ਕੀਮਤਾਂ ਆ ਜਾਣ, ਹਕੀਕਤ ਇਹ ਹੈ ਜੇ ਉਹ ਬੱਚਾ ਹੋਰ ਸਾਰੇ ਸਾਈਡ ਤੋਂ ਲੈਂਗੁਏਜ ਸਿੱਖਣ ਵਿੱਚ ਡਿਫਰੈਂਟ ਟੈਕਨੀਕਲ ਸਾਈਡਸ ਤੋਂ ਉਹ ਸਿੱਖਿਆ ਲੈਣ ਵਿੱਚ ਹੋਰ ਚੀਜ਼ਾਂ 'ਚ ਬੜੀ ਫਾਸਟ ਉਹ ਲਰਨ ਕਰਦਾ ਹੈ, ਕਿਉਂਕਿ ਉਹਦੀ ਲਰਨਿੰਗ ਐਬਿਲਿਟੀ ਬੜੀ ਹਾਈ ਹੈ। ਜੇ ਕਿਤੇ ਬਾਣੀ ਦਾ ਐਕਸਪੋਜ਼ਰ ਮਿਲ ਜੇ ਉਹ ਵੀ ਕਮਾਲ ਹੀ ਹੈ। ਸੋ ਇਸ ਕਰਕੇ ਮਹਾਰਾਜ ਨੇ ਬਿਆਨ ਕੀਤਾ ਜਿਹੜਾ ਪਹਿਲਾ ਪਹਿਰ ਹੈ ਜੀਵਨ ਦਾ, ਇਹ ਅਜਾਈਂ ਨਹੀਂ ਗਵਾਉਣਾ, ਬਲਕਿ ਇਹਦੇ ਵਿੱਚ ਵੱਧ ਤੋਂ ਵੱਧ ਐਕਸਪੋਜ਼ਰ ਜਿਹੜਾ ਆ ਉਹ ਆਪਣੇ ਬੱਚਿਆਂ ਨੂੰ, ਉਸ ਯੰਗ ਏਜ ਦੇ ਲੋਕਾਂ ਨੂੰ ਦੇਣਾ ਆ। ਅਤੇ ਇਹਦਾ ਸਿੰਪਲ ਤਰੀਕਾ ਤਾਂ ਇਹੋ ਹੀ ਹੈ, ਘਰਾਂ ਦੇ ਵਿੱਚ ਬਾਣੀ ਹੋਏ, ਘਰਾਂ ਵਿੱਚ ਕੀਰਤਨ ਹੋਏ, ਆਲੇ ਦੁਆਲੇ ਸਾਡੇ ਐਕਸਟੈਂਡਡ ਫੈਮਿਲੀ ਦੇ ਵਿੱਚ ਇਹੋ ਜਿਹੀਆਂ ਕਦਰਾਂ ਕੀਮਤਾਂ ਹੋਣ, ਤਾਂ ਕਿ ਉਹ ਇਹਦੇ ਬਾਬਤ ਐਕਸਪੋਜ਼ਰ ਮਿਲੇ ਉਹਨਾਂ ਨੂੰ। ਕਈ ਵਾਰ ਇਹ ਵੀ ਹੈ ਜਿਹੜਾ ਬੀਜ ਆ ਨਾ, ਇਹ ਤੁਸੀਂ ਬੀਜਦੇ ਜਾਓ ਅਤੇ ਕੁਦਰਤੀ ਤੌਰ 'ਤੇ ਹੁੰਦਾ ਹੈ ਜਿਸ ਵਕਤ ਅਸੀਂ ਬੀਜਦੇ ਹਾਂ ਉਦੋਂ ਸਾਨੂੰ ਉੱਗਦਾ ਨਹੀਂ ਦਿਸਦਾ। ਉਹ ਕਈ ਵਾਰ ਅਸੀਂ ਦੇਖਦੇ, ਅਸੀਂ ਕਹਿੰਦੇ ਕਿ ਨਹੀਂ ਲੈ ਫਲਾਣੇ ਨੇ ਉਹਨਾਂ ਨੇ ਬੜੀ ਬਾਣੀ ਪੜ੍ਹੀ, ਬੜੀ ਬਾਣੀ ਸੁਣਾਈ, ਬੜਾ ਘਰ ਦੇ ਵਿੱਚ ਮਾਹੌਲ ਰੱਖਿਆ, ਪਰ ਫਾਇਦਾ ਕੀ ਆਇਆ? ਭਈ ਯੂ ਨੈਵਰ ਨੋ। ਇਹ ਕਰਤਾਰੀ ਕੁਦਰਤ ਦੀ ਖੇਡ ਹੈ। ਜਿਵੇਂ ਸਪੋਜ਼ ਸਾਡੇ ਇੱਥੇ ਜਿਹੜੀ ਫਾਰਮਿੰਗ ਹੁੰਦੀ ਹੈ, ਖਾਸ ਕਰਕੇ ਵੱਡੇ ਲੈਵਲ 'ਤੇ ਕੈਨੇਡਾ ਦੇ 'ਚ ਜਾਂ ਓਨਟਾਰੀਓ ਇਸ ਸਾਈਡ ਦੇ 'ਚ, ਈਵਨ ਪ੍ਰੇਰੀਜ਼ ਵਗੈਰਾ ਦੇ ਵਿੱਚ ਜਿਹੜੀ ਕਿਸਾਨੀ ਹੁੰਦੀ ਹੈ, ਉਹਦੇ 'ਚ ਬਹੁਤ ਸਾਰੀਆਂ ਫਸਲਾਂ ਐਸੀਆਂ ਨੇ ਜਿਹੜੀਆਂ ਸਨੋ ਪੈਣ ਤੋਂ ਪਹਿਲਾਂ, ਵਿੰਟਰ ਸੀਜ਼ਨ ਤੋਂ ਪਹਿਲਾਂ ਬੀਜ ਦਿੱਤੀਆਂ ਜਾਂਦੀਆਂ, ਜਿਹਦੇ 'ਚ ਕਣਕ ਵੀ ਖਾਸ ਕਰਕੇ ਆਉਂਦੀ ਹੈ, ਵੀਟ, ਉਹ ਸਾਰੀ ਬੀਜ ਦਿੰਦੇ ਨੇ। ਉਦੋਂ ਕੋਈ ਬੀਜਦਿਆਂ ਹੋਇਆ ਦੇਖੋ ਕਈ ਗੱਲ ਅੱਗੇ ਸਨੋ ਪੈ ਰਹੀ ਹੈ, ਸਨੋ ਦੇ ਚੁੱਗਣਾ ਤਾਂ ਕੁਛ ਹੈ ਨਹੀਂ ਗਾ, ਅਤੇ 5-6 ਮਹੀਨੇ ਵਾਕਿਆ 'ਚ ਹੀ ਉਸ ਸਾਰੇ ਦੇ 'ਚ ਬਰਾਨ ਹੁੰਦਾ, ਉਹਦੇ 'ਚ ਕੁਛ ਵੀ ਨਹੀਂ ਪਿਆ, ਉਹਦੇ 'ਚ ਬਿਲਕੁਲ ਜਿਹੜਾ ਹੈਗਾ ਜਿਹੜੀ ਇਹ ਵਿਰਾਨਗੀ ਤੋਂ ਨਜ਼ਰ ਪਏਗੀ, ਕੋਈ ਉੱਥੇ ਬੂਟਾ ਨਹੀਂ ਗਾ ਉਸ ਰੂਪ ਵਿੱਚ। ਪਰ ਹਾਂ, ਜਿਵੇਂ ਹੀ ਰੁੱਤ ਬਦਲਦੀ ਹੈ, ਸਮਾਂ ਬਦਲਦਾ ਆ, ਵੈਦਰ ਜਿਹੜਾ ਆ ਥੋੜ੍ਹਾ ਜਿਹਾ ਵਾਰਮ ਹੋਣਾ ਸ਼ੁਰੂ ਹੁੰਦਾ ਆ, ਜਿਹੜਾ ਉਹ ਮੋਇਸਚਰ ਪਿਆ ਸੀਗਾ, ਮੋਇਸਚਰ ਅਤੇ ਉਸ ਵਾਰਮ ਵੈਦਰ ਦੀ ਮਦਦ ਦੇ ਨਾਲ ਰਾਈਟ ਵੇ ਉਹਨਾਂ ਬੀਜਾਂ ਦੇ ਵਿੱਚ ਜੜ ਅਤੇ ਸੁਪੱਤ ਜਿਹੜੇ ਨੇ, ਸੁਫੱਟ ਜਿਹੜੇ ਨੇ ਫੁੱਟਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਚੀਜ਼ ਆ, ਇਸ ਲੈਵਲ 'ਤੇ ਸਮੇਂ ਦੀ ਸੰਭਾਲ ਕਰਨੀ, ਆਪ ਅਧਿਆਤਮੀ ਤਲ 'ਤੇ ਇਸ ਪਾਸੇ ਜਾਣਾ। ਜਿਵੇਂ ਹੋਰ ਇਹਨੂੰ ਸਰਲ ਕਰ ਲਈਏ, ਮੈਂ ਤਾਂ ਲੰਬੇ ਸਮੇਂ ਤੋਂ ਕਾਉਂਸਲਿੰਗ ਵਿੱਚ ਹੈਗਾ ਹਾਂ, ਅਤੇ ਕਈ ਵਾਰ ਲੋਕ ਲਿਟਰਲੀ ਤੌਰ 'ਤੇ ਗੱਲਾਂ ਕਹਿੰਦੇ ਨੇ ਜਦੋਂ ਅਸੀਂ ਕਹਿੰਦੇ ਕਿ ਮੈਂਟਲ ਹੈਲਥ ਬਾਰੇ ਜਾਂ ਲੋਕਾਂ ਦੀਆਂ ਹੈਬਿਟਸ ਦੇ ਪ੍ਰੋਬਲਮਸ ਬਾਰੇ, ਜਾਂ ਕਈ ਵਾਰ ਅੱਜ ਕੱਲ੍ਹ ਵਰਕ ਸਟਰੈਸ ਆ, ਵਰਕ ਲੋਡ ਆ, ਫੈਮਿਲੀ ਸਟਰੈਸਰਸ ਹੁੰਦੇ ਨੇ, ਅਤੇ ਲੋਕਾਂ ਦੇ 'ਚ ਐਂਗਜ਼ਾਇਟੀ ਵਗੈਰਾ ਆਮ ਆਉਣੀ ਸ਼ੁਰੂ ਹੋ ਜਾਂਦੀ, ਕਈ ਵਾਰ ਡਿਪਰੈਸਿਵ ਥਾਟਸ ਆਉਣੇ ਆਮ ਸ਼ੁਰੂ ਹੋ ਜਾਂਦੇ, ਹੋਰ ਡਿਫਰੈਂਟ ਡਿਸਆਰਡਰਸ ਜਿਹੜੇ ਨੇ ਉਹਨਾਂ ਨੂੰ ਉਹ ਫੇਸ ਕਰਨੇ ਪੈਂਦੇ। ਅਤੇ ਕਈ ਵਾਰ ਅਸੀਂ ਕਹਾਂਗੇ ਕਿ ਓਕੇ ਸਪਿਰਿਚੁਅਲਿਟੀ ਨਾਲ ਕੁਛ ਜੁੜੋ, ਅਤੇ ਲੋਕ ਓਪਨਲੀ ਵੀ ਕਈ ਵਾਰ ਕਹਿ ਦੇਣਗੇ, ਭਾਈ ਸਾਹਿਬ ਆਈ ਡੋਂਟ ਹੈਵ ਐਨੀ ਬਿਲੀਵ ਟੂਵਰਡ ਦੈਟ ਸਾਈਡ। ਵਾਈ? ਬਿਕੋਜ਼ ਆਈ ਹੈਵ ਸੀਨ ਸੋ ਮੈਨੀ ਪੀਪਲ, there are so many people in my, you can say, in contacts or in my friend circle, they do part every day, but they are totally mad people, bad people. I don't want to engage myself with these kind of persons at all. No, they are not actually good people. If you think spirituality can help us anyway, but why actually spirituality haven't helped them until now? ਉਹਨੇ ਕਿਉਂ ਨਹੀਂ ਮਦਦ ਕੀਤੀ ਉਹਦੇ ਵਿੱਚ? ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ। ਇਹਦੇ 'ਚ ਮੈਂ ਇਤਨੀ ਕੁ ਬੇਨਤੀ ਕਰਦਾ ਹਾਂ ਕਿ ਦੇਖੋ, ਹਰ ਇੱਕ ਦਾ ਆਪਣਾ ਇੱਕ ਡਿਫਰੈਂਟ ਤਰੀਕਾ ਹੁੰਦਾ ਆ, ਕੁਦਰਤੀ ਤੌਰ 'ਤੇ ਪਰਸਨੈਲਿਟੀਜ਼ ਵੱਖਰੀਆਂ ਹੁੰਦੀਆਂ ਨੇ, ਪਰ ਇੱਕ ਚੀਜ਼ ਚੇਤੇ ਰੱਖੀਏ ਕਿ ਜਿਹੜਾ ਖਾਸ ਕਰਕੇ ਰੂਹਾਨੀ ਤੌਰ 'ਤੇ, ਅਧਿਆਤਮੀ ਤਲ 'ਤੇ ਇਨਵਾਇਰਮੈਂਟ ਆ, ਉਹ ਕਹਿੰਦੇ ਕਿ ਮੈਂ ਤੇ ਜਿਹੜਾ ਆ ਮੈਨੂੰ ਤਾਂ ਲੋੜ ਨਹੀਂ ਹੈ। ਬਿਲਕੁਲ ਠੀਕ ਆ, ਤੇਰੇ ਕੋਲ ਕੁਝ ਹੋਰ ਕੋਪਿੰਗ ਮਕੈਨਿਜ਼ਮ ਹੋਏਗਾ, ਕੁਝ ਕਲਚਰਲ ਐਕਸਰਸਾਈਜ਼ ਹੋਣਗੀਆਂ, ਕੁਝ ਮੈਚਿਓਰਿਟੀ ਹੋਏਗੀ, ਪਰ ਤੂੰ ਨਾ ਸਪਿਰਿਚੁਅਲਿਟੀ ਦੇ ਨਾਲ ਆਪਣੇ ਆਪ ਨੂੰ ਅੰਗੇਜ ਕਰ। ਇਹਦਾ ਬੈਨੀਫਿਟ ਲੌਂਗ ਰਨ ਦੇ ਵਿੱਚ ਤੈਨੂੰ ਨਹੀਂ, ਤੇਰੀ ਫੈਮਿਲੀ ਨੂੰ ਮਿਲੇਗਾ, ਤੇਰੇ ਬੱਚਿਆਂ ਨੂੰ ਮਿਲੇਗਾ, ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲੇਗਾ, ਪੁਸ਼ਤਾਂ ਨੂੰ ਮਿਲੇਗਾ। ਜਿਹੜਾ ਇਹ ਰੂਪ ਆ, ਇਹ ਵੀ ਇੱਕ ਬੜੀ ਵੱਡੀ ਪ੍ਰਾਪਤੀ ਹੈ ਬੰਦੇ ਵਾਸਤੇ। ਇਸ ਲਈ ਮੈਂ ਕਹਿੰਦਾ ਕਿ ਆਪਣੇ ਘਰਾਂ ਥਾਵਾਂ ਦੇ ਵਿੱਚ ਬਾਣੀ ਦਾ ਮਾਹੌਲ ਬਣਾਓ, ਤਾਂ ਕਿ ਤੁਹਾਡੇ ਬੱਚਿਆਂ ਨੂੰ ਇਹਦੀ ਸਿੱਖਿਆ ਮਿਲ ਸਕੇ, ਤੁਸੀਂ ਆਪਣੇ ਬੱਚਿਆਂ ਨੂੰ ਅੰਗੇਜ ਕਰ ਸਕੋ। ਜੈਸਾ ਸਮਾਂ ਆ ਰਿਹਾ ਆ, ਜੈਸਾ ਮਾਹੌਲ ਬਣ ਰਿਹਾ ਆ,
ਆਪਾਂ ਦੇਖ ਰਹੇ ਹਾਂ ਵਰਲਡ ਵਾਈਡ, ਤੁਸੀਂ ਦੇਖੋ ਇੱਕ ਡਿਸਰੈਸਟ ਜਿਹੜੀ ਹੈਗੀ, ਇੱਕ ਜਿਹੜਾ ਹੈਗਾ ਬੜਾ ਡਿਸਟਰਬੈਂਸ ਵਾਲਾ এনवायरमेंट ਬਿਲਡ ਹੋ ਰਿਹਾ ਆ। ਟਰੰਪ ਦੇ ਇਲੈਕਸ਼ਨ 'ਚ ਅਸੀਂ ਦੇਖਿਆ ਲਾਸਟ ਈਅਰ ਦੇ ਵਿੱਚ, ਤੁਸੀਂ ਦੇਖਿਆ ਕਿ ਕਿਸ ਕਿਸਮ ਦੀ ਇੱਕ ਸਿਵਲ ਵਾਰ ਵਰਗੀ ਸਿਚੁਏਸ਼ਨ ਸਾਨੂੰ ਦਿਸ ਰਹੀ ਸੀਗੀ ਲਗਾਤਾਰ। ਤੁਸੀਂ ਇਹਨਾਂ ਇੱਥੇ ਬੱਚਿਆਂ ਨੂੰ ਸਕੂਲਿੰਗ ਦੇ ਵਿੱਚ, ਜਿਨ੍ਹਾਂ ਦੇ ਬੱਚੇ ਅਰਲੀ ਟੀਨ ਏਜ ਜਾਂ ਟੀਨ ਏਜ 'ਚੋਂ ਲੰਘ ਰਹੇ ਹੈਗੇ ਨੇ, ਉਹ ਬੱਚੇ ਆਮ ਕਰਕੇ ਸਿਸਟਮ ਦੇ ਖਿਲਾਫ, ਐਜੂਕੇਸ਼ਨ ਸਿਸਟਮ ਇਜ਼ ਨਾਟ ਗੁੱਡ, ਉਹਨਾਂ ਨੂੰ ਸਿਸਟਮ ਦੇ ਨਾਲ, ਸਕੂਲਿੰਗ ਦੇ ਨਾਲ, ਟੀਚਰਸ ਦੇ ਨਾਲ, ਅਥਾਰਟੀਜ਼ ਦੇ ਨਾਲ ਬੜੀ ਕਈ ਵਾਰੀ ਸ਼ਿਕਾਇਤਾਂ ਹੁੰਦੀਆਂ ਨੇ। ਅਤੇ ਇਹੋ ਜਿਹੀਆਂ ਸ਼ਿਕਾਇਤਾਂ ਕਰਨ ਵਾਲੇ ਬਹੁਤ ਬੱਚੇ, ਮੈਂ ਯੰਗ ਅਫੈਂਡਰਸ ਜਿਹੜੇ ਹੁੰਦੇ ਨੇ, ਜਿਨ੍ਹਾਂ ਨੂੰ ਤੁਸੀਂ ਕਹਿ ਲਓ ਕਿ ਜਿਹੜੇ ਬਾਅਦ ਦੇ ਵਿੱਚ ਕੋਈ ਐਂਟੀ ਸੋਸ਼ਲ ਐਕਟੀਵਿਟੀਜ਼ ਦਾ ਪਾਥ ਉਹ ਲੈ ਲੈਂਦੇ ਨੇ, ਅਤੇ ਉਹਨਾਂ ਨਾਲ ਅਸੀਂ ਡੀਲ ਕਰਦੇ ਹਾਂ ਪ੍ਰਿਜ਼ਨਸ ਦੇ ਵਿੱਚ, ਹੋਰ ਜਗ੍ਹਾ ਦੇ ਉੱਤੇ। ਅਤੇ ਹੁੰਦਾ ਕੀ ਹੈ ਕਿ ਇਹ ਸਾਰਿਆਂ ਦੇ ਨਾਲ ਦੇਖਿਆ ਜਾਏ ਤਾਂ ਇਹ ਨਹੀਂ ਕਿ ਉਹ ਇਹਨੂੰ ਇਸ ਦੇ ਇਹਦੇ 'ਚੋਂ ਬਾਹਰ ਆ ਨਹੀਂ ਸੀ ਸਕਦੇ, ਇਸ ਸਾਰੇ ਨੂੰ ਸਹੀ ਤਰੀਕੇ ਨਾਲ ਸਮਝ ਕੇ ਆਪਣੀਆਂ ਚੋਇਸਿਸ ਸਹੀ ਨਹੀਂ ਸੀ ਕਰ ਸਕਦੇ। ਸਿਸਟਮ ਖਰਾਬ ਹੈ, ਸ਼ਿਕਾਇਤ ਹੈ ਉਹਦੇ ਨਾਲ, ਕੁਝ ਗੜਬੜ ਹੈ ਕਿਸੇ ਕਿਸਮ ਦੀ, ਪਰ ਉਸ ਸਾਰੇ ਨੂੰ ਠੀਕ ਕਰਨ ਦੀ ਬਜਾਏ ਮੈਂ ਆਪਣੇ ਆਪ ਨੂੰ ਹੀ ਖਰਾਬ ਕਰ ਲਿਆ। ਮੈਂ ਹੀ ਕ੍ਰਾਈਮ ਕਰਨ ਲੱਗ ਗਿਆ, ਮੈਂ ਹੀ ਇੱਕ ਐਂਟੀ ਸੋਸ਼ਲ ਬਿਹੇਵੀਅਰ ਅਡਾਪਟ ਕਰ ਲਿਆ, ਮੈਂ ਹੀ ਇੱਕ ਆਪਣੇ ਅੰਦਰ ਇੱਕ ਫਰਸਟ੍ਰੇਸ਼ਨ ਬਿਲਡ ਕਰ ਲਈ। ਸਿਸਟਮ ਤੇ ਠੀਕ ਨਾ ਹੋ ਸਕਿਆ, ਹਾਂ ਮੈਂ ਆਪਣੀ ਫੈਮਿਲੀ ਲਾਈਫ, ਆਪਣੀ ਜਿਹੜੀ ਪਰਸਨਲ ਲਾਈਫ ਉਹ ਖਰਾਬ ਕਰ ਲਈ ਸਾਰੀ। ਸੋ ਇਹਦਾ ਕੀ ਫਾਇਦਾ ਆਏਗਾ? ਫਿਰ ਲੋਕੀ ਦੇ ਇਹਦਾ ਭਾਈ ਸਾਹਿਬ ਇਹਦੇ 'ਚੋਂ ਬਚਾਅ ਕਿਵੇਂ ਹੈ? ਭਈ ਗੱਲ ਇਹ ਹੈ, ਲੋਕੀ ਦਾਨੇ ਲੋਕ ਕਹਿੰਦੇ ਨਾ ਕਿ ਜਿਹੜਾ ਖਾਸ ਕਰਕੇ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰਿੰਗ। ਤੁਸੀਂ ਕਿਸੇ ਚੀਜ਼ ਨੂੰ ਕਿਉਰ ਕਰਨ ਦੀ ਬਜਾਏ ਉਹਦੇ ਜਿਹੜੇ ਪ੍ਰੀਕਾਸ਼ਨਰੀ ਲੈਵਲ 'ਤੇ ਜਿਹੜੇ ਮੈਜਰਮੈਂਟਸ ਨੇ ਉਹ ਲੈ ਲਏ ਜਾਣ। ਮੈਂ ਕਹਿੰਦਾ ਬਾਣੀ ਨੂੰ, ਰੂਹਾਨੀ ਕਦਰਾਂ ਕੀਮਤਾਂ ਨੂੰ ਪ੍ਰੀਕਾਸ਼ਨਰੀ ਸਾਈਡ ਤੋਂ ਲਵੋ। ਮਨ ਦੀ ਦੁਨੀਆ ਹੈ, ਇਹਦਾ ਕੋਈ ਪਤਾ ਨਹੀਂ, ਇਹ ਕਦੋਂ ਗੁੱਸੇ 'ਚ ਚੱਲ ਜਾਏ, ਕਦੋਂ ਇਹਦੇ 'ਚ ਫਰਸਟ੍ਰੇਸ਼ਨ ਵੱਧ ਜਾਏ, ਕਦੋਂ ਇਹਦੇ 'ਚ ਕਿਸੇ ਕਿਸਮ ਦਾ ਜੀਵਨ ਦੇ ਵਿੱਚ ਕੁਝ ਗਲਤ ਪਾਸਾ ਆ ਜਾਏ। ਇਹ ਸਾਰੇ ਤੋਂ ਰੋਕਣ ਲਈ ਪਹਿਲਾਂ ਹੀ ਆਪਣੇ ਆਪ ਨੂੰ ਸੰਭਾਲੋ। ਇਹਦੀ ਮੈਂ ਬਾਤ ਇੱਕ ਹੋਰ ਲੈਵਲ 'ਤੇ ਬਿਆਨ ਕਰ ਦਿੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਅਸੀਂ ਪਤਾ ਕਈ ਵਾਰੀ ਪੜ੍ਹਦੇ ਆ, ਉਹ ਹੈ ਤੇ ਕਬਿਤ, ਉਹ ਬਿਆਨ ਕਰਦੇ, ਕਹਿੰਦੇ ਜੈਸੇ ਕਰ ਲਾਗੈ ਆਗ ਜਾਗ ਕੂਆ ਖੋਦਿਓ ਚਾਹੈ, ਕਾਰਜ ਨ ਸਿੱਧ ਹੋਏ ਰੋਏ ਪਛੁਤਾਈਐ। ਵੀ ਸਪੋਜ਼ ਕਿਸੇ ਬਿਲਡਿੰਗ ਨੂੰ ਅੱਗ ਲੱਗ ਜੇ, ਅੱਜ ਕੱਲ੍ਹ ਤਾਂ ਖੈਰ ਹੋਰ ਇੰਤਜ਼ਾਮ ਨੇ, ਪੁਰਾਣੇ ਸਮੇਂ ਲੋਕਾਂ ਦੇ ਕੋਲ ਪਾਣੀ ਵਗੈਰਾ ਕੱਢਣ ਵਾਸਤੇ ਖੂਹ ਹੁੰਦੇ ਸੀ ਪਿੰਡਾਂ ਥਾਵਾਂ 'ਤੇ। ਵੀ ਇੱਕ ਪਾਸੇ ਘਰ ਦੇ ਵਿੱਚ ਬਿਲਡਿੰਗ ਨੂੰ ਕਿਤੇ ਅੱਗ ਲੱਗ ਗਈ, ਦੂਜੇ ਪਾਸੇ ਬੰਦਾ ਘਰ ਦੇ ਵਿਹੜੇ ਵਿੱਚ ਖੂਹ ਪੁੱਟਣ ਲੱਗ ਜਾਏ ਵੀ ਮੈਂ ਖੂਹ ਪੁੱਟ ਕੇ ਅੱਗ ਬੁਝਾਵਾਂਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਐਵੇਂ ਅੱਗ ਨਹੀਂ ਬੁਝਣੀ, ਭੁੱਲ ਜਾ, ਉਨੀ ਦੇਰ ਤੱਕ ਸਭ ਖਤਮ ਹੋ ਜਾਏਗਾ। ਹਾਂ, ਅੱਗ ਬੁਝਾਈ ਜਾ ਸਕਦੀ ਜੇ ਖੂਹ ਪਹਿਲਾਂ ਪੁੱਟ ਲੈਂਦੇ, ਪਹਿਲਾਂ ਖੂਹ ਪੁੱਟ ਕੇ ਰੱਖਿਆ। ਇੱਥੇ ਜਦੋਂ ਟਾਊਨਸ਼ਿਪਸ ਡਿਵੈਲਪ ਹੁੰਦੀਆਂ ਨੇ, ਸਭ ਤੋਂ ਪਹਿਲੀ ਜਿਹੜੀ ਚੀਜ਼ ਕੀਤੀ ਜਾਂਦੀ ਹੈ ਉਹ ਹੈ ਕਿ ਜਿਹੜੀ ਕਿਸੇ ਕਿਸਮ ਦੇ ਫਾਇਰ ਹੈਜ਼ਰਡਸ ਤੋਂ ਬਚਣ ਵਾਸਤੇ ਸਭ ਤੋਂ ਪਹਿਲਾਂ ਪਾਣੀ ਦੀ ਪਾਈਪਲਾਈਨ ਵਿਛਾਈ ਜਾਂਦੀ ਹੈ। ਉਹਦੇ ਲਈ ਜਿਹੜੇ ਫਾਇਰ ਹਾਈਡਰੈਂਟਸ ਨੇ ਉਹ ਲਗਾਏ ਜਾਂਦੇ ਨੇ ਜਗ੍ਹਾ ਜਗ੍ਹਾ, ਉਹਦੇ ਅਕੋਰਡਿੰਗਲੀ ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਇੱਥੋਂ ਇਸ ਤਰੀਕੇ ਦੀ ਲੋੜ ਆ। ਇਹ ਪਹਿਲਾਂ ਬਣੇ ਹੋਣਗੇ, ਜੇ ਕਿਤੇ ਰੱਬ ਨਾ ਕਰੇ ਇਸ ਕਿਸਮ ਦੀ ਕੋਈ ਐਮਰਜੈਂਸੀ ਪੈ ਗਈ, then we can use them exactly in when। ਜਿਹੜੀ ਗੁਰਬਾਣੀ ਤੇ ਗੁਰਮਤ ਦੇ ਸਕੂਲ ਦੇ ਨਾਲ ਆਪਣੇ ਆਪ ਨੂੰ ਅੰਗੇਜ ਕਰਨਾ ਹੈ, ਇਹਨੂੰ ਇਨ ਟਾਈਮ ਕਰੋ, ਜਦੋਂ ਖਾਸ ਕਰਕੇ ਤੁਹਾਡੀ ਜਿਹੜੀ ਲਾਈਫ ਆ ਗੁੱਡ ਟਰੈਕ ਤੇ ਚੱਲ ਰਹੀ ਹੈ, ਜਦੋਂ ਤੁਹਾਡਾ ਸਾਰਾ ਮਤਲਬ ਸਿਚੁਏਸ਼ਨ ਤੁਹਾਡੇ ਅਕੋਰਡਿੰਗਲੀ ਹੈ, ਤੁਹਾਡੀ ਖੁਸ਼ਨੁਮਾ ਜ਼ਿੰਦਗੀ ਹੈ, ਹਰ ਰੰਗ ਜ਼ਿੰਦਗੀ ਦਾ ਤੁਹਾਡੇ ਅੰਦਰ ਜਿਹੜਾ ਬੜਾ ਚੜ੍ਹਦੀ ਕਲਾ ਵਾਲਾ ਭਰਿਆ ਚੱਲ ਰਿਹਾ ਹੈਗਾ, ਭਾਈ ਉਸ ਸਮੇਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਗੁਰਬਾਣੀ ਦੇ ਨਾਲ ਜੋੜੋ, ਗੁਰੂ ਗ੍ਰੰਥ ਸਾਹਿਬ ਨਾਲ ਜੋੜੋ। ਇਹਦੇ ਨਾਲ ਹੋਏਗਾ ਕਿ ਤੁਹਾਨੂੰ ਆਪਣੇ ਆਪ ਨੂੰ ਸਮਝਣ ਦੀ, ਪਰਿਵਾਰ ਨੂੰ ਸਮਝਣ ਦੀ, ਚੀਜ਼ਾਂ ਜਿਵੇਂ ਜਿਵੇਂ ਮੁਸ਼ਕਲ ਤਕਲੀਫਾਂ ਵਾਲੀਆਂ ਆਉਣਗੀਆਂ ਉਹਨਾਂ 'ਚੋਂ ਬਾਹਰ ਨਿਕਲਣ ਦੀ ਜਾਚ ਆਏਗੀ। ਹੁਣ ਜਿਵੇਂ ਵਰ੍ਹਾ ਪ੍ਰਾਰੰਭ ਹੋ ਰਿਹਾ, ਮੈਂ ਵਾਈਂਡ ਅਪ ਕਰਨ ਵਾਲੇ ਪਾਸੇ ਆਵਾਂ। ਇਸ ਵਰ੍ਹੇ ਦੀ ਪ੍ਰਾਰੰਭਤਾ ਦੇ ਵਿੱਚ ਜਿੱਥੇ ਤੁਸੀਂ ਹੋਰ ਬਹੁਤ ਸਾਰੇ ਰੈਜ਼ੋਲੂਸ਼ਨਸ ਬਣਾਉਣੇ ਹੋਣਗੇ, ਇੱਕ ਇਹ ਵੀ ਬਣਾਇਓ ਕਿ ਇਨ ਦਿਸ ਈਅਰ I will recite Gurbani. I will devote some time toward Gurbani learning, toward Gurbani reading, toward try to Gurbani understand। ਉਸ ਪਾਸੇ ਫਿਰ ਜੇ ਤੁਸੀਂ ਇਹ ਸਭ ਕਰ ਰਹੇ ਹੋ, ਫਿਰ ਐਫਰਟ ਇਹ ਪਾਉਣੀ ਹੈ
मैं थोड़ा गुरु ग्रंथ साहब के बचन जिहड़े ने देखो, मैं एक बड़ी कमाल का एक थॉट पढ़ रहा सी किसी सज्जन का सीगा ते क्रिश्चियनिटी दे विचों, ते वो कहंदा कि कहंदा सम पीपल आर वरीड वट दे डोंट नो अबाउट बाइबल, कहंदा आई एम वरीड वट आई नो अबाउट बाइबल। कुछ लोग उस चीज़ ते बड़े तकलीफ विच ने कि सानू पता नहीं पे की लिखिया हैगा। ठीक गल है, पर कहंदा मैं वरीड इस गल से हाँ कि जो ये लिखिया जो मैनू पता आ मैं उन्होंने फॉलो करा। ये नैक्सट लैवल है। आपां बाणी नू पढ़ना आ, बाणी नू सहेजना आ, समझना आ, तो हौली हौली ट्राई करनी है ये अमल अमाल नू अपने जीवन के नाल जोड़न वास्ते। जे कला जपजी साहब की बात ही की जाए, मैं एक और रचना बिल्कुल सरल जी सानू मोस्टली कंठ आ सिख होने करके, जे कंठ नहीं तो सरल तो है, वो गुरु साहब ने पहली पौड़ी जी लिखी वो ही गुरु बाबा जी ने बयान किया, चेते रख जीवन का तेरा सब तो बड़ा सवाल यही है कि किव सचियारा होई है, किव कूड़ा टुटा पाल, सचियार किवें बनना, कूड़ की कंध किवें तोड़नी है। हुण जे ये लिखा जाए फिर साहब ने जवाब दिता, हुक्म रजाई चलना, रब्बी रजा दे विच राजी रहना है। हुण रब्बी रजा विच राजी रहना, कुछ मैं अपने मन की दुनिया सोचिया, सोच मुताबक कुछ एफर्ट पाई, रिजल्ट्स नहीं आए। हुण की होया, सीधे तौर पर है मैं रोवांगा, मैं कलपांगा, मैनू दुख होवेगा बहुत सारा। बाणी नू पढ़दा, बाणी कहंदी कोई गल नहीं, रब्बी रजा विच राजी रहना, अमल अपना कर्म वो ठीक कर, ਉਹਦੇ ਤੇ ਐਮਫਸਾਈਜ਼ कर, ਉਹਦੇ ਤੇ फोकस कर, बाकी रब की रजा ते छड़ दे, बाकी जो करतार नू भावे। हुण जिहड़ा आ लैवल आ बंदे नू जे इन्ना की समझ आ जाए, मैं कहना बहुत ज़्यादा वड्डी गल नहीं, इन्नी बहुत आ, ਇਹਦੇ ਚੋਂ शुरुआत हो जाएगी। ਇਹਦੇ ਨਾਲ ਜਿਹੜੀ चीज़ साडे कोल आएगी होएगा पेशेंस। ਈਵਨ जपजी साहब ਦੇ ਅਖੀਰ ਤੇ आ जाओ, बिल्कुल जे पूरी रचना नू पढ़ीए, जो गुरु बाबा जी नू गुरु नानक साहब ने पूछे जी गुरु साहब यू wrote that Bani on that level, in that Bani you have actually given us 38 stanzas. Baba ji, I have very simple question, why did you write this Bani? ਤੁਸੀਂ ਇਹ ਬਾਣੀ ਕਿਉਂ ਲਿਖੀ? ਗੁਰੂ ਸਾਹਿਬ ਅਖੀਰ ਦੇ ਵਿੱਚ ਉਹਦੇ 'ਚ ਸਾਨੂੰ ਜਵਾਬ ਇਹ ਦਿੰਦੇ, ਭਾਈ ਇਸ ਕਾਰਨ ਕਰਕੇ ਲਿਖੀ ਹੈ। ਕਾਰਨ ਇਹ ਹੈ ਆ ਚੀਜ਼ਾਂ ਤੈਨੂੰ ਪ੍ਰਾਪਤ ਹੋਣੀਆਂ ਚਾਹੀਦੀਆਂ ਨੇ। ਕਿਹੜੀਆਂ ਚੀਜ਼ਾਂ ਨੇ ਜੀ? ਅਸੀਂ ਸ਼ਬਦ ਪੜ੍ਹਦੇ ਹਾਂ, ਅਖੀਰਲਾ ਬਿਲਕੁਲ ਸ਼ਬਦ ਸਾਹਿਬ ਕਹਿੰਦੇ, ਜਤ ਪਹਾਰਾ ਧੀਰਜ ਸੁਨਿਆਰ ਆ ਗੁਣ ਨੇ, ਇਹ ਲੈਣੇ ਨੇ ਤੂੰ। ਹੁਕਮ ਰਜ਼ਾਈ ਚੱਲਣਾ, ਰਜ਼ਾ ਵਿੱਚ ਰਾਜ਼ੀ ਰਹਿਣਾ। ਰਜ਼ਾ ਵਿੱਚ ਰਾਜ਼ੀ ਤਾਂ ਰਹਿ ਸਕਾਂਗੇ ਜੇ ਪੇਸ਼ੈਂਸ ਕੋਲ ਹੋਏਗਾ, ਧੀਰਜ। ਸੋ ਗੁਰਬਾਣੀ ਦੇ ਵਿੱਚ ਗੁਣ ਨੇ, ਕੁਝ ਹਿਊਮੈਨਿਟੀ ਦੇ ਸਿਵਿਕ ਵਰਚੂਜ਼ ਨੇ, ਕੁਆਲਿਟੀਜ਼ ਨੇ, ਉਹਨਾਂ ਨਾਲ ਐਸੋਸੀਏਸ਼ਨ ਬਿਲਡ ਕਰਨੀ ਹੈ। ਇਹਦੇ ਵਿੱਚੋਂ ਹੀ ਜੀਵਨ ਦਾ ਸੁੱਖ, ਚੜ੍ਹਦੀ ਕਲਾ ਤੇ ਹਰ ਲੈਵਲ ਦੀ ਖੁਸ਼ੀ ਸਾਨੂੰ ਪ੍ਰਾਪਤ ਹੋਏਗੀ। ਨਵਾਂ ਵਰਾ ਪ੍ਰਾਰੰਭ ਹੋ ਰਿਹਾ ਹੈ, ਖੁਸ਼ਨੁਮਾ ਮਾਹੌਲ ਹੈ, ਸਾਰੇ ਅਸੀਂ ਖੁਸ਼ ਹੋ ਕੇ ਜੀਵਨ ਨੂੰ ਜੀਣਾ ਚਾਹੁੰਦੇ ਹਾਂ, ਖੁਸ਼ੀ ਦੇ ਰੰਗ ਨੂੰ ਮਾਨਣਾ ਚਾਹੁੰਦੇ ਹਾਂ। ਤੇ ਸਾਹਿਬ ਮਹਾਰਾਜ ਜੀ ਨੇ ਸਾਨੂੰ ਅਹਿਸਾਸ ਕਰਵਾਇਆ ਕਿ ਬੰਦੇ ਜੇ ਇਸ ਚੀਜ਼ ਦੇ ਨਾਲ, ਇਸ ਲੈਵਲ ਤੇ ਜੁੜਨਾ, ਇਸ ਲੈਵਲ ਤੇ ਜਾਣਾ ਆ, ਗੁਰਬਾਣੀ ਦੇ ਨਾਲ ਜੁੜ। ਚੜ੍ਹਦੇ ਵਰੇ ਦੇ ਵਿੱਚ ਗੁਰਬਾਣੀ ਦੇ ਨਾਲ ਜੁੜਨ ਵਾਸਤੇ ਅਰਦਾਸ ਕਰੀਏ, ਪ੍ਰਾਰਥਨਾ ਕਰੀਏ, ਬਾਬਾ ਬਾਣੀ ਦੀ ਦਾਤ ਬਖਸ਼ੀ, ਨਾਮ ਦੀ ਦਾਤ ਬਖਸ਼ੀ, ਤਾਂ ਕਿ ਸਾਡੇ ਜੀਵਨ ਦੇ ਵਿੱਚ ਵਾਕਿਆ ਦੇ ਵਿੱਚ ਹੀ ਚੰਗੇਰਾਪਨ ਆ ਸਕੇ, ਵਾਕਿਆ 'ਚ ਹੀ ਇਹ ਨਵਾਂ ਸਾਲ ਨਵੀਆਂ ਖੁਸ਼ੀਆਂ ਤੇ ਨਵੇਂ ਰੰਗ ਨੂੰ ਸਾਨੂੰ ਪ੍ਰਾਪਤ ਕਰਵਾਉਣ 'ਚ ਮਦਦ ਕਰ ਸਕੇ। ਇੰਨੀਆਂ ਕੁ ਬੇਨਤੀਆਂ ਨਾਲ ਹਿਮਾ, ਖਾਸ ਕਰਕੇ ਜਿਹੜੀਆਂ ਸੰਗਤਾਂ ਟੀਵੀ ਰਾਹੀਂ ਸੁਣਦੀਆਂ ਨੇ, ਸ਼ਾਮ ਨੂੰ 7:20 ਤੇ ਆਪ ਜੀ ਦੇ ਹਜ਼ੂਰ ਦੁਬਾਰਾ ਹਾਜ਼ਰ ਹੋਵਾਂਗਾ। ਹੁਣ ਵਾਸਤੇ ਮਾਫੀ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।